ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਲਾਸਟ ਲੈਕਚਰ ਦੇ ਵਿੱਚ ਹੋਮੋਮੋਰਫਿਜ਼ਮ ਆਫ ਰਿੰਗ ਸ਼ੁਰੂ ਕੀਤਾ ਸੀਗਾ, ਉਹਦੀ ਥਿਊਰਮਾਂ ਕਰਨੀਆਂ ਆਪਾਂ ਅੱਜ। ਇਹ ਥਿਊਰਮਾਂ ਬਿਲਕੁਲ ਪਹਿਲਾਂ ਵਾਂਗੂ ਜਿਵੇਂ ਹੋਮੋਮੋਰਫਿਜ਼ਮ ਆਫ ਗਰੁੱਪ ਸੀਗਾ ਉਹਦੇ ਵਿੱਚ ਹੀ ਫੰਡਾਮੈਂਟਲ ਥਿਊਰਮ ਪੜ੍ਹੀ ਸੀ ਆਪਾਂ ਨੇ ਹੋਮੋਮੋਰਫਿਜ਼ਮ, ਪਰ ਇਹਦੇ ਵਿੱਚ ਵੀ ਹੁਣ ਫੰਡਾਮੈਂਟਲ ਥਿਊਰਮ ਪੜ੍ਹਨੀ ਆਪਾਂ ਨੇ। ਉਹਦੀ ਸਟੇਟਮੈਂਟ ਕੀ ਹੈ ਚੈੱਕ ਕਰ ਲਓ। ਇਫ F is a homomorphism of ring R onto a ring S with kernel K, then R by K isomorphic to S। ਜਿਹੜਾ ਕੋਸ਼ੈਂਟ ਰਿੰਗ ਹੋਊਗੀ R by K ਉਹ S ਦੇ ਆਈਸੋਮੋਰਫਿਕ ਹੋਏਗੀ। ਆਈਸੋਮੋਰਫਿਕ ਪਹਿਲਾਂ ਉਹ ਜੋ ਗਰੁੱਪ 'ਚ ਕੀਤਾ ਸੀਗਾ ਕਿ ਦੋ ਫੰਕਸ਼ਨ ਆਈਸੋਮੋਰਫਿਕ ਤਾਂ ਹੋਣਗੇ ਜੇ ਉਹਦੇ ਵਿੱਚ ਇੱਕ ਫੰਕਸ਼ਨ ਆਪਾਂ ਡਿਫਾਈਨ ਕਰ ਦਈਏ ਜੋ ਹੋਮੋਮੋਰਫਿਜ਼ਮ ਹੋਵੇ, 1-1 ਹੋਵੇ ਤੇ on2 ਹੋਵੇ। ਇਹ ਪਹਿਲਾਂ ਵਾਂਗੂ ਆ ਸਾਰਾ। ਇਹ ਹੁਣ ਆਪਾਂ ਨੇ ਦੇਖਣਾ ਇਹਦੇ ਪ੍ਰੂਫ ਜਿਹੜੇ ਹੈਗੇ ਨੇ ਹੋਮੋਮੋਰਫਿਜ਼ਮ ਆਫ ਗਰੁੱਪ ਵਾਂਗੂ ਹੀ ਨੇ। ਜੇ ਹੋਮੋਮੋਰਫਿਜ਼ਮ ਆਫ ਗਰੁੱਪ ਤੇ ਧਿਆਨ ਨਾਲ ਪੜਿਆ ਹੋਇਆ ਹੈਗਾ ਤਾਂ ਇਹ ਪ੍ਰੂਫ ਛੇਤੀ ਸਮਝ ਆਣਗੇ, ਸੇਮ ਹੀ ਨੇ ਉਹਦੇ ਨਾਲ ਦੇ। ਸੋ ਦੇਖੋ ਜੀ, ਇਸ ਤੋਂ ਸਟਾਰਟ ਕਰ ਰਹੇ ਹਾਂ। ਵੀ ਆਰ ਗਿਵਨ ਦੈਟ ਆਪਾਂ ਨੂੰ ਦਿੱਤੀ ਹੋਈ ਹੈਗੀ ਆ F is ਜਾਂ F from R to S। ਇਹ ਫੰਕਸ਼ਨ is homomorphism and ਇਹ F ਜੋ ਹੈ ਇਹ on2 ਵੀ ਹੈਗਾ, ਇਹ ਗਿਵਨ ਆਪਾਂ ਨੂੰ। ਅਤੇ ਐਂਡ K ਕੀ ਹੈ, ਇਹ ਕਰਨਲ F। ਇਹ ਸਾਰਾ ਕੁਝ ਦਿੱਤਾ ਹੋਇਆ ਆਪਾਂ ਨੂੰ ਕਿ ਕੋਈ ਫੰਕਸ਼ਨ ਹੈ R to S, ਇਹ ਹੋਮੋਮੋਰਫਿਜ਼ਮ ਹੈ, F on2 ਹੈ ਤੇ ਇਹਦਾ ਕਰਨਲ ਜੋ ਹੈ ਉਹ K ਹੈ। ਤੇ ਆਪਾਂ ਕੀ ਪ੍ਰੂਵ ਕਰਨਾ, we are to prove that ਆਪਾਂ ਪ੍ਰੂਵ ਕਰਨਾ ਜਿਹੜਾ R by K ਹੋਊਗਾ is isomorphic to S। ਇਹ ਤੁਹਾਨੂੰ ਪਹਿਲਾਂ ਵੀ ਕੀਤਾ ਸੀ ਆਪਾਂ ਨੇ। ਜੇ A is isomorphic to B ਸ਼ੋ ਕਰਨਾ ਤਾਂ ਫੰਕਸ਼ਨ ਆਪਾਂ A ਤੋਂ B ਵੀ ਡਿਫਾਈਨ ਕਰ ਸਕਦੇ ਹਾਂ ਜਾਂ ਫੰਕਸ਼ਨ B ਤੋਂ A, ਜਿਸ ਤਰ੍ਹਾਂ ਮਰਜ਼ੀ ਡਿਫਾਈਨ ਕਰ ਲਓ ਫੰਕਸ਼ਨ। ਅਤੇ ਫੰਕਸ਼ਨ ਨੂੰ ਕੀ ਕਰਨਾ ਹੁੰਦਾ ਆਪਾਂ ਨੇ, ਹੋਮੋਮੋਰਫਿਜ਼ਮ ਸ਼ੋ ਕਰਨਾ ਹੁੰਦਾ 1-1 ਤੇ on2। ਫਿਰ ਦੋਨੇ ਗਰੁੱਪ ਜਿਹੜੇ ਹੈਗੇ ਨੇ ਗਰੁੱਪ 'ਚ ਪੜ੍ਹਿਆ ਸੀ ਆਪਾਂ ਨੇ ਆਈਸੋਮੋਰਫਿਕ ਸੀਗੇ। ਬਿਲਕੁਲ ਸੇਮ ਇਹੀ ਹੈ ਕਿ ਦੋਨੇ ਰਿੰਗ ਕਿਵੇਂ ਆਈਸੋਮੋਰਫਿਕ ਕਰਨੇ, ਇੱਕ ਫੰਕਸ਼ਨ ਡਿਫਾਈਨ ਕਰਾਂਗੇ ਜਿਸ ਤਰ੍ਹਾਂ ਮਰਜ਼ੀ ਕਰ ਲਵੋ ਤੇ ਇਹ 'ਚ ਫੰਕਸ਼ਨ ਕਿਵੇਂ ਡਿਫਾਈਨ ਕਰਾਂਗੇ ਆਪਾਂ, ਕੋਈ ਹੋਰ ਫੰਕਸ਼ਨ ਲੈ ਲਓ। F ਦਿੱਤਾ ਹੋਇਆ ਆਪਾਂ ਨੂੰ, ਫਾਈ ਫੰਕਸ਼ਨ ਡਿਫਾਈਨ ਕਰਾਂਗੇ ਆਪਾਂ S ਤੋਂ R by K ਤੱਕ। ਇਹ ਫੰਕਸ਼ਨ ਆਪਾਂ ਚਾਹੇ R by K ਤੋਂ ਲੈ ਲਓ, ਜਿਸ ਤਰ੍ਹਾਂ ਮਰਜ਼ੀ ਕਰ ਲਓ, R by K ਤੋਂ S ਤੱਕ ਇੱਕ ਫੰਕਸ਼ਨ ਆਪਾਂ ਡਿਫਾਈਨ ਕਰ ਲਵਾਂਗੇ ਤੇ ਇਹ ਫੰਕਸ਼ਨ ਨੂੰ ਆਪਾਂ ਹੋਮੋਮੋਰਫਿਜ਼ਮ ਸ਼ੋ ਕਰਾਂਗੇ, 1-1 ਸ਼ੋ ਕਰਾਂਗੇ ਤੇ on2 ਸ਼ੋ ਕਰਾਂਗੇ। ਫਿਰ ਦੋਨੇ ਜੋ ਰਿੰਗ ਹੈਗੀਆਂ ਨੇ ਇਹਨੂੰ ਕੀ ਕਹਾਂਗੇ ਆਪਾਂ, ਆਈਸੋਮੋਰਫਿਕ ਕਹਾਂਗੇ। ਬਸ ਇਹ ਕੰਮ ਕਰਨਾ ਆਪਾਂ ਨੇ। ਉਹ ਦੇਖੋ ਜੀ, ਬਿਲਕੁਲ ਸੇਮ ਉਹੀ ਕੰਸੈਪਟ ਨੇ ਜਿਹੜੇ ਗਰੁੱਪ ਦੇ ਵਿੱਚ ਆਏ ਸੀਗੇ ਹੋਮੋਮੋਰਫਿਜ਼ਮ ਗਰੁੱਪ ਦੇ ਵਿੱਚ। ਇਹ 'ਚ ਪ੍ਰੋਬਲਮ ਕੀ ਆਈ ਸੀ, ਸਿਲੈਕਟ ਕਰ ਲਿਆ ਜਦੋਂ ਆਪਾਂ ਫੰਕਸ਼ਨ ਕਿੱਥੋਂ ਡਿਫਾਈਨ ਕਰਨਾ, R by K ਤੋਂ S ਤੱਕ ਇਹ ਫੰਕਸ਼ਨ ਡਿਫਾਈਨ ਕਰਨਾ ਆਪਾਂ। ਜੇ ਫੰਕਸ਼ਨ ਡਿਫਾਈਨ ਕਰਨਾ ਹੈ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਐਲੀਮੈਂਟ ਕਿਸ ਪ੍ਰਕਾਰ ਦੇ ਹੋਣਗੇ, ਇਹਦੇ ਵਿੱਚ ਕਿਸ ਤਰ੍ਹਾਂ ਦੇ ਹੋਣਗੇ ਐਲੀਮੈਂਟ। ਤਾਂ ਹੀ ਇਮੇਜ ਬਣਾਵਾਂਗੇ ਆਪਾਂ ਉਹਦੀ ਅੰਡਰ F। ਹੁਣ ਇਹਦੇ ਵਿੱਚ ਜਿਹੜੇ R by K ਹੈ ਕੋਸ਼ੈਂਟ ਰਿੰਗ ਹੈ, ਇਹਦੇ ਵਿੱਚ ਐਲੀਮੈਂਟ ਜਿਹੜੇ ਹੁੰਦੇ ਨੇ ਜਿਵੇਂ ਪਹਿਲਾਂ ਡਿਫਾਈਨ ਕੀਤਾ ਸੀ, ਜਿਹੜਾ R by I ਹੈ ਇਹਦੇ ਵਿੱਚ ਐਲੀਮੈਂਟ A plus I ਦੀ ਫਾਰਮ ਦੇ ਹੁੰਦੇ ਨੇ ਅਤੇ ਜੋ A ਹੈ ਉਹ R ਵਿੱਚੋਂ ਹੁੰਦਾ। ਧਿਆਨ ਰੱਖਣਾ ਜੀ, ਇਹ ਜਿਹੜਾ K ਹੁੰਦਾ ਇਹ ਆਈਡੀਅਲ ਹੁੰਦਾ। ਇਹ K ਆਈਡੀਅਲ ਆਪਾਂ ਲਾਸਟ ਥਿਊਰਮ 'ਚ ਪ੍ਰੂਵ ਕਰ ਚੁੱਕੇ ਹਾਂ। ਕਰਨਲ F ਜਿਹੜਾ ਹੁੰਦਾ ਉਹ ਆਈਡੀਅਲ ਹੁੰਦਾ, ਆਈਡੀਅਲ ਆਫ ਰਿੰਗ ਹੁੰਦਾ। ਤਾਂ ਕੋਸ਼ੈਂਟ ਗਰੁੱਪ ਡਿਫਾਈਨ ਹੈਗਾ ਇਹ। ਤਾਂ ਇਹਦੇ ਵਿੱਚ ਐਲੀਮੈਂਟ ਕਿਸ ਫਾਰਮ ਦੇ ਮੰਨ ਲਏ, ਜੋ ਆਪਾਂ ਨੇ X plus I ਦੀ ਫਾਰਮ ਦੇ ਮੰਨ ਲਏ।
ਆਪਾਂ ਲੈਟ ਕੀਤਾ, ਲੈਟ ਇੱਕ फाई फंक्शन डिफाइन किया R बाय K तो S सच दैट फाई X प्लस I इज इक्वल टू, हुण किहदे इक्वल मन्नी आपां, यही प्रॉब्लम आपां नूं बिल्कुल सेम फंडामेंटल थ्योरम ऑन होमोमॉर्फिज्म ग्रुप दे विच आई सी। ਉਹ 'ਚ फर्क सी थोड़ा जिहा बस कल्ला, ਉਹਦੇ 'ਚ फंक्शन आपां इत्थों इत्थे डिफाइन किया सीगा, उल्टा डिफाइन किया सी, ਉਹ जिस तरह मर्जी कर लो आंसर सेम ही होगा। चलो ਇਹਦੇ ਵਿੱਚ ਜਿਹੜੇ ਹੈਗੇ ਨੇ ਉਹ ਇੱਥੇ ਜੋ ਫੰਕਸ਼ਨ ਫਾਈ ਲਿਆ ਆਪਾਂ ਨੇ, ਇਹਦੇ 'ਚ fx ਦੀ ਫਾਰਮ ਦੇ ਮੰਨ ਲਿਆ ਐਲੀਮੈਂਟ। ਹੁਣ ਇਹ ਗੱਲ ਇੰਪੋਰਟੈਂਟ ਹੈ ਜੀ, ਇਹਨੂੰ ਆਪਾਂ f of x ਲੈ ਲਿਆ where x belongs to R। ਇਹ ਪਹਿਲਾਂ ਵੀ ਗੱਲ ਕੀਤੀ ਸੀ, ਜੇ ਆਪਾਂ ਐਲੀਮੈਂਟ ਉਰੇ y ਦੀ ਫਾਰਮ ਦਾ ਮੰਨ ਲਈਏ, ਵੈਸੇ y ਲੈ ਲਿਆ, ਚਲੋ ਇਦਾਂ y ਮੰਨ ਲਈਏ, ਇਹ ਫੰਕਸ਼ਨ ਆਪਾਂ ਗਲਤ ਕਹਾਂਗੇ ਕਿ ਫੰਕਸ਼ਨ ਕਿਵੇਂ ਹੁੰਦਾ ਹੈਗਾ ਕਿ ਜੇ ਇਹਦੇ ਵਿੱਚ ਹੈਗਾ ਕੋਈ ਵੇਰੀਏਬਲ, ਉਹ ਇਹਦੇ ਵਿੱਚ ਵੀ ਆਉਣਾ ਚਾਹੀਦਾ, ਲੱਗੇ ਪਤਾ ਆਪਾਂ ਨੂੰ ਕਿ ਇਹਦੇ ਉੱਪਰ ਇਹ ਡਿਪੈਂਡ ਕਰ ਰਿਹਾ, ਜਿਵੇਂ ਆਹ ਚੇਂਜ ਕਰਾਂਗੇ ਆ ਵੀ ਚੇਂਜ ਹੋਊਗਾ। ਆਪਾਂ ਮੋਸਟਲੀ ਇਦਾਂ ਬਣਾਉਣਾ ਹੁੰਦਾ ਜਿਵੇਂ ਆਹ, ਇਹ ਠੀਕ ਲੱਗ ਰਿਹਾ ਦੇਖਣ ਨੂੰ ਆਪਾਂ ਨੂੰ, ਜੇ x ਇਹ ਥੋੜਾ ਜਿਹਾ ਜੇ ਕੋਈ ਹੋਰ ਲੈ ਲਈ ਆਪਾਂ ਵੇਰੀਏਬਲ, ਇਹ ਥੋੜੀ ਗਲਤੀ ਲੱਗ ਰਹੀ ਆਪਾਂ ਨੂੰ ਦੇਖਣ ਨੂੰ ਕਿ ਇੱਕ ਪਾਸੇ ਫੰਕਸ਼ਨ ਆਫ x ਕਹਿ ਰਹੇ, ਇੱਥੇ y ਆ ਗਿਆ। ਜੇ x ਦਾ ਫੰਕਸ਼ਨ ਹੈ ਤਾਂ ਇੱਧਰ ਵੀ ਕਿਤੇ x ਹੋਣਾ ਚਾਹੀਦਾ। ਇਹ ਪਹਿਲਾਂ ਵੀ ਆਪਾਂ ਹੋਮੋਮੋਰਫਿਜ਼ਮ ਆਫ ਗਰੁੱਪ 'ਚ ਗੱਲ ਕਰੀ ਸੀ, ਤਾਂ ਇਹਨੂੰ ਆਪਾਂ ਨੇ f of x ਲੈ ਲਿਆ ਜੀ। ਇਹ ਗੱਲ ਇੰਪੋਰਟੈਂਟ ਆ ਕਿ s ਦੇ ਐਲੀਮੈਂਟ f of x ਦੀ ਫਾਰਮ ਦੇ ਹੋਣਗੇ ਸਾਰੇ, ਇਹ ਗੱਲ ਇੰਪੋਰਟੈਂਟ ਹੈ। ਹੁਣ ਇਹਨੂੰ ਸਮਝਾਉਣ ਵਾਸਤੇ ਇਹ ਲਿਖਤਾ, ਇਹਨੂੰ ਸਮਝਣਾ ਆਪਾਂ ਨੇ, ਉਹਦੇ ਵਿੱਚ ਵੀ ਕੀਤਾ ਸੀ ਆਪਾਂ ਨੇ, ਉਹ 'ਚ ਪਹਿਲਾਂ ਡਿਫਾਈਨ ਕਰਤਾ ਸੀ, ਉਹਦੇ ਲਾਸਟ ਡਿਫਾਈਨ, ਉਹ 'ਚ ਪਹਿਲਾਂ ਡਿਫਾਈਨ ਕਰਤਾ ਸੀ ਕਿ f on to ਹੈ, on to ਕਰਕੇ ਜੋ s ਦੇ ਐਲੀਮੈਂਟ ਨੇ ਉਹ ਸਾਰੇ f of x ਦੀ ਫਾਰਮ ਦੇ ਹੋਣਗੇ। ਕਿਉਂ ਹੋਣਗੇ ਉਹ ਦੇਖ ਲਓ, ਜੇ ਫੰਕਸ਼ਨ ਆਪਣੇ ਕੋਲ r to s ਜਾ ਰਿਹਾ ਹੈ ਤੇ on to ਕੀ ਹੁੰਦਾ ਹੈਗਾ, ਹਰੇਕ ਐਲੀਮੈਂਟ ਦੀ ਪੱਕਾ ਪ੍ਰੀ ਇਮੇਜ ਹੋਏਗੀ, ਮਤਲਬ ਆ ਤਿੰਨ ਐਲੀਮੈਂਟ ਨੇ ਮੰਨ ਲਓ, ਜਿਵੇਂ ਆਪਾਂ x y z ਕਹਿ ਰਹੇ, ਹਰੇਕ ਐਲੀਮੈਂਟ ਦੀ ਪ੍ਰੀ ਇਮੇਜ ਹੈ ਤਾਂ ਇਹਨੂੰ on to ਕਹਾਂਗੇ। ਇੱਦਾਂ ਵੀ ਤਾਂ ਕਹਿ ਸਕਦੇ ਹੈਗੇ ਕਿ ਹਰੇਕ ਐਲੀਮੈਂਟ ਜਿਹੜਾ s ਦਾ ਹਰੇਕ ਐਲੀਮੈਂਟ ਹੈ ਉਹ ਕਿਸੇ ਦੀ ਇਮੇਜ ਹੋਵੇ। ਇਹ f of a ਆ, ਇਹ f of b ਆ, ਇਹ f of c ਆ, ਉਹਨੇ t ਲੈ ਲਓ। ਜਿਹੜਾ ਇਹ ਵਾਲਾ ਐਲੀਮੈਂਟ ਇੱਕ ਐਕਸਟਰਾ ਪਾਤਾ, ਇਹਦੀ ਕੋਈ ਪ੍ਰੀ ਇਮੇਜ ਨਹੀਂ ਹੈਗੀ, ਜਾਂ ਇਹ ਕਿਸੇ ਫੰਕਸ਼ਨ ਦੀ ਇਮੇਜ ਨਹੀਂ ਹੈਗੀ, ਇਹ ਕਿਸੇ ਵੀ ਵੈਲਿਊ ਦੀ ਇਮੇਜ ਨਹੀਂ ਹੈ, ਤਾਂ on to ਨਹੀਂ ਹੋਊਗਾ। ਤਾਂ ਇਹਦੇ ਵਿੱਚ ਕੀ ਹੋ ਗਿਆ ਕਿ ਜੇ f on to ਹੈ ਤਾਂ ਸਾਰੇ ਐਲੀਮੈਂਟ ਦੀ ਪ੍ਰੀ ਇਮੇਜ ਹੋਊਗੀ, ਜਾਂ ਇੱਦਾਂ ਕਰੋ ਕਿ ਹਰੇਕ ਐਲੀਮੈਂਟ ਹਰੇਕ ਨਾਲ ਜੁਆਇਨ ਹੋਊਗਾ ਜੀ, ਤਾਂ ਹਰੇਕ ਐਲੀਮੈਂਟ ਜੋ ਹੈ s ਦਾ ਉਹ f ਦੀ ਫਾਰਮ ਦਾ ਹੋਊਗਾ। ਹਰੇਕ ਐਲੀਮੈਂਟ ਜੋ ਹੈ, ਇਹ ਕੀਤਾ ਵੀ ਸੀ ਆਪਾਂ ਨੇ on to ਵਾਸਤੇ, for all y belongs to s fx equal to y there exists x belongs to r such that, ਇਹ ਕੀਤਾ ਸੀਗਾ ਜੀ। ਮਤਲਬ ਕਿ ਜੋ y s ਦਾ ਹਰੇਕ ਐਲੀਮੈਂਟ ਹੈ ਇਹ f of x ਦੀ ਫਾਰਮ ਦਾ ਹੋਏਗਾ ਪੱਕਾ, ਕਿਸੇ ਨਾ ਕਿਸੇ ਦੀ ਇਮੇਜ ਬਣ ਕੇ ਆਊਗਾ ਜੀ, ਜੇ on to ਹੈ। ਇਹ ਪਹਿਲਾਂ ਵੀ ਧਿਆਨ ਨਾਲ ਪੜਿਆ ਸੀਗਾ ਜੀ। ਤਾਂ ਆਪਾਂ ਕਹਿ ਸਕਦੇ ਹਾਂ ਫਿਰ ਇਹ ਗੱਲ ਠੀਕ ਲੱਗ ਰਹੀ ਹੈ, ਕਿਉਂਕਿ ਸਾਰੇ f of x ਦੀ ਫਾਰਮ ਦੇ ਐਲੀਮੈਂਟ ਹੋਣਗੇ ਤੇ x ਕਿਹਦੇ ਵਿੱਚ ਹੋਊਗਾ, ਚੈੱਕ ਕਰ ਲਓ। s ਦੇ ਐਲੀਮੈਂਟ ਸਾਰੇ f of ਦੀ ਫਾਰਮ ਦੇ ਕਹਿ ਰਹੇ, f of ਇਹ ਐਲੀਮੈਂਟ ਕਿਹਦਾ, r ਦਾ, ਇਹ ਐਲੀਮੈਂਟ ਕਿਹਦਾ, r ਦਾ, ਇਹ ਵੀ ਐਲੀਮੈਂਟ r ਦਾ ਹੈ, ਤਾਂ ਇਹ ਐਲੀਮੈਂਟ ਕਿਹਦਾ ਹੋਊਗਾ, r ਦਾ ਹੋਊਗਾ, ਤਾਂ ਇਹ ਫੰਕਸ਼ਨ ਸਹੀ ਹੈ। ਬਸ ਇਹ ਥੋੜਾ ਜਿਹਾ ਇੰਪੋਰਟੈਂਟ ਕੰਮ ਸੀਗਾ। ਇਹ ਲਿਖਣਾ ਆਪਾਂ ਨੇ ਕਿਉਂ ਆਇਆ f of x, ਉਹ ਲਿਖਦੇ ਹਾਂ ਆਪਾਂ। ਤਾਂ ਹੁਣ ਇੱਕ ਚੀਜ਼ ਕਾਮਨ ਰੱਖਣੀ ਹੈ, ਬਸ ਇਹ ਗੱਲ 'ਚ ਇੰਪੋਰਟੈਂਟ ਹੈ, ਬਾਕੀ ਪ੍ਰੂਫ ਜਿਹੜਾ ਹੈਗਾ ਤਕਰੀਬਨ ਸਾਰਾ ਸੌਖਾ ਹੀ ਹੈ ਜੀ। ਇਹ ਸਾਰਾ ਪਹਿਲਾਂ ਵਾਂਗ ਕਨਸੈਪਟ, ਜਿਹੜੇ ਪਹਿਲਾਂ ਕਨਸੈਪਟ ਕੀਤੇ ਨੇ ਆਪਾਂ ਹੋਮੋਮੋਰਫਿਜ਼ਮ ਆਫ ਗਰੁੱਪ ਦੇ ਵਿੱਚ। ਸੋ ਦੇਖੋ ਧਿਆਨ ਨਾਲ, ਸਿੰਸ ਇਹ ਰੀਜ਼ਨ ਪਾ ਰਹੇ ਹਾਂ ਕਿ ਇਹ ਕਿਵੇਂ ਲਿਖਿਆ ਆਪਾਂ ਨੇ, ਸਿੰਸ
f from R to S is onto, therefore there exists x belongs to R such that fx equal to y for all y belongs to S। मतलब S ਦੇ ਹਰੇਕ ਐਲੀਮੈਂਟ ਨੂੰ f of x ਦੀ ਫਾਰਮ 'ਚ ਲਿਖ ਸਕਦੇ ਹਾਂ, ਤਾਂ ਆਪਾਂ f of x ਦੀ ਫਾਰਮ 'ਚ ਲਿਖ ਸਕਦੇ ਹਾਂ ਇੱਥੇ। ਚਲੋ ਇਹ ਆ ਗਿਆ ਆਪਣੇ ਕੋਲ। ਹੁਣ ਇਹ ਫੰਕਸ਼ਨ ਮੰਨ ਤਾਂ ਲਿਆ ਆਪਾਂ ਨੇ, ਠੀਕ ਲੱਗ ਰਿਹਾ ਕਿ ਇਹ ਵੈਲ ਡਿਫਾਈਨਡ ਹੈ, ਪਹਿਲਾਂ ਉਹ ਚੈੱਕ ਕਰਨਾ ਹੁੰਦਾ। ਵੈਲ ਡਿਫਾਈਨਡ ਚੈੱਕ ਕਰਨਾ ਹੁੰਦਾ, ਪਹਿਲਾਂ ਲੈਕਟ ਕਰਨਾ ਹੁੰਦਾ ਹੈ ਕਿ ਕੋਈ ਦੋ ਐਲੀਮੈਂਟ x1 ਇਕੁਅਲ ਟੂ x2 ਮੰਨ ਕੇ ਆ ਦੋ ਐਲੀਮੈਂਟ ਇਸ ਫਾਰਮ ਦੇ ਹੋਣਗੇ। ਵੈਲ ਡਿਫਾਈਨਡ ਕਿਵੇਂ ਕਰਨਾ ਹੁੰਦਾ, x1 ਇਹਦੇ ਵਿੱਚ ਦੋ ਐਲੀਮੈਂਟ ਸਪੋਜ਼ ਕਰ ਲਏ ਇਦਾਂ ਦੇ ਹੋਣਗੇ ਦੋ ਐਲੀਮੈਂਟ, ਤੇ ਪਹਿਲਾਂ ਕਰਦੇ ਆ x1 ਇਕੁਅਲ ਟੂ x2 ਕਰਕੇ ਇੱਥੋਂ fx1 ਇਕੁਅਲ ਟੂ fx2 ਹੋਵੇ ਤਾਂ ਫੰਕਸ਼ਨ ਵੈਲ ਡਿਫਾਈਨਡ। ਵੈਲ ਡਿਫਾਈਨਡ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਇਹ ਆਪਾਂ ਆਪਣੇ ਵੱਲੋਂ ਮੰਨਿਆ, ਇਹ ਸਹੀ ਤਾਂ ਹੋਊਗਾ ਜੇ ਇੱਕੋ ਦੀ ਇੱਕ ਇਮੇਜ ਆਊਗੀ, ਉਹਨੂੰ ਵੈਲ ਡਿਫਾਈਨਡ ਕਹਿੰਦੇ ਆਪਾਂ, ਇਹ ਪਹਿਲਾਂ ਪੜ੍ਹਿਆ ਹੋਇਆ ਜੀ। ਹੁਣ ਆਹ ਕੰਸੈਪਟ ਮੈਂ ਤਾਂ ਹੀ ਗੱਲ ਕਰ ਰਿਹਾ ਸੀਗਾ ਕਿ ਜਿਹੜਾ ਆਈਡੀਅਲ ਦਾ ਕੰਸੈਪਟ ਹੈ ਇਹ ਨਾਰਮਲ ਸਬ ਗਰੁੱਪ ਵਾਂਗੂ ਹੀ ਹੈ ਜੀ ਰਿੰਗ ਦੇ ਵਿੱਚ, ਤੇ ਇਹਦਾ ਇਹ ਤਾਂ ਕਹਿ ਰਹੇ ਹਾਂ ਪ੍ਰੋਪਰਟੀ ਯਾਰ ਆਪਣੀਆਂ ਸੌਖੀਆਂ ਰਹਿਣਗੀਆਂ। ਜਿਵੇਂ ਆਪਾਂ ਆਹ ਕੀਤਾ ਸੀ ਲਾਸਟ ਲੈਕਚਰ ਦੇ ਵਿੱਚ ਕਿ i ਪਲਸ ਐਕਸ ਆਈ ਹੁੰਦਾ, i ਦੇ ਐਲੀਮੈਂਟ i ਚ ਐਡ, i ਦੇ ਐਲੀਮੈਂਟ ਹੀ i ਚ ਐਡ ਕਰਾਂਗੇ ਤਾਂ i ਦੇ ਐਲੀਮੈਂਟ ਆਉਣਗੇ, ਇਹ ਕੀਤਾ ਸੀਗਾ ਜੀ। ਸੋ ਏਦਾਂ ਹੀ ਕਰ ਲਓ, ਇਹਦੇ ਵਿੱਚ ਕੀ ਹੋਊਗਾ x2 ਆਪਾਂ ਜੋ ਹੈ ਇੱਧਰ ਲੈ ਗਏ, ਜਾਂ ਕਹਿ ਲਓ ਕਿ x2 ਦੇ ਇਨਵਰਸ ਨਾਲ ਮਲਟੀਪਲਾਈ ਕੀਤਾ ਔਰ ਕੀ ਆ ਜਾਊਗਾ x1 ਮਾਈਨਸ x2 ਪਲਸ i, ਇਹ ਇਕੱਲਾ i ਰਹਿ ਜਾਏਗਾ, 0 ਪਲਸ i 0 ਹੋ ਜਾਏਗਾ। ਹੁਣ ਉਹੀ ਚੀਜ਼ ਬਣ ਗਈ ਕਿ x ਪਲਸ i ਜਿਹੜਾ ਹੁੰਦਾ ਹੈਗਾ ਇਹ i ਤਾਂ ਹੋਊਗਾ ਜੇ x i ਵਿੱਚ ਹੀ ਆਏਗਾ, ਤਾਂ ਇੱਥੋਂ ਕੀ ਹੋ ਗਿਆ ਦਿਸ ਇੰਪਲਾਈਜ਼ ਇੱਥੋਂ ਬਣ ਗਿਆ ਆਪਣੇ ਕੋਲ ਦਿਸ ਇੰਪਲਾਈਜ਼ x1 ਮਾਈਨਸ x2 ਜੋ ਹੈ ਉਰੇ i ਨਹੀਂ ਸੀ ਆਪਣੇ ਕੋਲ ਜੀ, ਇਹਦਾ ਇੱਥੇ k ਆਉਣਾ ਸੀਗਾ ਜੀ, ਥੋੜੀ ਗਲਤੀ ਹੋ ਗਈ ਉਹ ਚੈੱਕ ਕਰ ਲਿਓ ਕਿਉਂਕਿ r ਬਾਏ k ਆ, r ਬਾਏ i ਨਹੀਂ ਹੈਗਾ, r ਬਾਏ k ਮਤਲਬ ਫਿਰ x1 ਪਲਸ k ਦੀ ਐਲੀਮੈਂਟ ਫਾਰਮ ਦੇ ਹੋਣਗੇ। ਜਿਹੜਾ r ਬਾਏ i ਸੀ ਉਹਦੇ ਵਿੱਚ ਸੀਗੇ a ਪਲਸ i ਦੀ ਫਾਰਮ ਦੇ ਐਲੀਮੈਂਟ, ਤਾਂ r ਬਾਏ k ਵਿੱਚ a ਪਲਸ k ਦੀ ਫਾਰਮ ਦੇ ਐਲੀਮੈਂਟ ਹੋਣਗੇ ਜੀ, ਤਾਂ ਇਹ ਠੀਕ ਕਰ ਲਿਓ। ਇੱਥੇ ਫਿਰ k ਆ ਜਾਊਗਾ ਜੀ, k ਆ ਗਿਆ, ਇੱਥੇ k ਆ ਜਾਏਗਾ, ਤਾਂ k ਵਿੱਚ ਆ ਗਿਆ ਲਿਖਣਾ ਬਿਕੋਜ਼ k ਜੋ ਹੈ ਉਹ ਆਈਡੀਅਲ, ਇਹ ਪ੍ਰੂਵ ਕਰਨ ਦੀ ਲੋੜ ਨਹੀਂ ਹੈਗੀ, ਪਿੱਛੇ ਪ੍ਰੂਵ ਕੀਤਾ ਹੋਇਆ ਜੀ। ਹੁਣ k ਕੀ ਹੈਗਾ ਆਲਸੋ, ਜੋ ਸਿੱਧੀ ਪਾ ਲੈਣੇ ਆਪਾਂ, ਜੋ k ਹੈ ਉਹ ਕਰਨਲ f ਆ, ਇਹਦਾ ਮਤਲਬ ਇਹ ਬਣ ਗਿਆ ਇਹ ਐਲੀਮੈਂਟ ਜੋ ਹੈ ਇਹ ਕਰਨਲ f ਦੇ ਵਿੱਚ ਆ ਗਿਆ। ਹੁਣ ਕਰਨਲ f ਦੇ ਵਿੱਚ ਜੇ ਕੋਈ ਐਲੀਮੈਂਟ ਆ ਰਿਹਾ ਹੈ ਤਾਂ ਉਹਦੀ ਇਮੇਜ, ਉਸ ਐਲੀਮੈਂਟ ਦੀ ਇਮੇਜ ਜੋ ਹੈ ਉਹ ਪੱਕਾ ਆਇਡੈਂਟੀਟੀ ਆਏਗੀ ਵੇਅਰ 0 ਡੈਸ਼ ਇਜ਼ ਆਇਡੈਂਟੀਟੀ ਇਨ S, ਇਹ ਕਰਨਲ f ਹੁੰਦਾ ਜੀ, ਕਿਉਂਕਿ ਜੋ ਫੰਕਸ਼ਨ ਹੈ ਉਹ ਆਪਾਂ ਡਿਫਾਈਨ ਕੀਤਾ ਹੈਗਾ ਜੀ R ਤੋਂ S, ਤਾਂ ਕਰਨਲ ਕੀ ਹੁੰਦਾ, ਉਹ ਰਿੰਗ ਦੇ ਐਲੀਮੈਂਟਸ ਹੁੰਦੇ ਨੇ ਜਿਨ੍ਹਾਂ ਦੀ ਇਮੇਜ 0 ਡੈਸ਼ ਬਣ ਰਹੀ ਹੈ। ਹੁਣ ਇਹ ਹੋਮੋਮੋਰਫਿਜ਼ਮ ਆ, ਹੋਮੋਮੋਰਫਿਜ਼ਮ ਦੀ ਕੱਲ ਪ੍ਰੋਪਰਟੀ ਪ੍ਰੂਵ ਕੀਤੀ ਸੀ ਕਿ ਆਪਾਂ ਇਹਨੂੰ ਇਦਾਂ ਕੱਲਾ ਕੱਲਾ ਕਰ ਸਕਦੇ, ਦੋਨੇ ਪਾਸੇ fx2 ਨਾਲ ਐਡ ਕਰਤਾ ਜੀ, ਇਹ ਆ ਬਣ ਜਾਏਗਾ। ਇਹ ਕੀ ਹੈ ਗੌਰ ਨਾਲ ਦੇਖੋ, ਇਹ ਫਾਈ ਆਫ x1 ਪਲਸ k ਆ ਤੇ ਇਹ ਫਾਈ ਆਫ x2 ਪਲਸ k, ਫਾਈ ਆਪਾਂ ਇਦਾਂ ਡਿਫਾਈਨ ਕੀਤਾ ਹੋਇਆ ਜੀ। ਤਾਂ ਕੀ ਮਤਲਬ ਬਣ ਗਿਆ, ਜੇ x1 ਇਕੁਅਲ ਟੂ x2 ਹੋਊਗਾ ਤਾਂ ਫਾਈ x1 ਇਕੁਅਲ ਟੂ ਫਾਈ x2 ਹੋਊਗਾ, ਮਤਲਬ ਇੱਕ ਦੀ ਇੱਕੋ ਇਮੇਜ ਆ ਰਹੀ ਹੈ, ਮਤਲਬ ਫੰਕਸ਼ਨ ਜੋ ਹੈ ਵੈਲ ਡਿਫਾਈਨਡ, ਦੇਅਰਫੋਰ ਫਾਈ ਕੀ ਹੈ ਵੈਲ ਡਿਫਾਈਨਡ। ਹੁਣ ਇਹ 'ਚ ਕਰਨਾ ਕੀ ਆ ਆਪਾਂ ਨੇ,
तीन गल्लां शो करने बस कल्ला फाई नूं आपां होमोमॉर्फिज्म शो करना, 1 1 शो करना, ऑन टू शो करना। उत्थों की बन जाएगा अपने को जो रिंग हैगी दोनों रिंग्स ने ये आपस च आइसोमॉर्फिक हो जाएंगे। हुण देखो ये पहला ग्रुप च भी कंसैप्ट किया सी 1 1 वाला काम आप घटा सकते हैं। घटा किवें सकते हैं 1 1 किवें हुंदा पहला फाई x1 इक्वल टू फाई x2 आ लेना होंदा, इत्थों x1 इक्वल टू x2 शो करना होंदा। पुट्ठे स्टैप चैक करते हैं जे आ होवे आ मान लो फिर आ लिख सकते हैं जी। ये एरो देख के पानी है, इदा नहीं कि सीधा बैक एरो पा देनी है। जे बैक आप जा सकते हैं तो पानी है। चलो इनू आप इदा लिख सकते हैं हाँ जी, ये fx2 का इनवर्स ऐड करांगे ये बन जाएगा। ये होमोमॉर्फिज्म होंदी है जी, लिख लियो f इज होमोमॉर्फिज्म। ये बैक लैके होमोमॉर्फिज्म च आप कॉमन कट सकते हैं। जे किसी एलीमेंट की इमेज आइडेंटिटी बन रही है तो एलीमेंट कि कर्नल च लिख सकते हैं आप कर्नल एफ के बराबर, ठीक है जी। जे कर्नल एफ च आ रहा तो बराबर ही ने के विच आऊगा, तो ये भी लिख सकते दोनों गल्लां ने। जे एक्स प्लस आई आई होगा तो एक्स आई विच आऊगा, जे एक्स आई विच आ तो एक्स प्लस आई आई बराबर होगा। तो ये एलीमेंट जे अपने आइडियल विच आ रहा तो दिस प्लस के इक्वल टू के होगा। ये x2 ऐड कर तो दोनों पासे तो की मतलब बन गया जो बैक स्टैप आ बैक स्टैप ने ये की शो कर रहा है। जे फाई x1 प्लस के इक्वल टू फाई x2 प्लस के होगा तो x1 प्लस के इक्वल्स टू x2 प्लस के होगा, मतलब फंक्शन जो है वो 1 1 also backward steps shows that phi is 1। so 1 1 पहले हो गया। हुण होमोमॉर्फिज्म करनी है, बस ये दो गल्लां होणगियां, प्लस वास्ते भी अलग अलग करना, मल्टीप्लाई वास्ते भी अलग अलग करना रिंग दे विच। चलो भी लैट तक कितने हुए पहला आप नाउ पहला प्लस वास्ते लैने फाई पहला प्लस दूजा ये के है जी। की हुंदा होमोमॉर्फिज्म जे आप फाई नूं होमोमॉर्फिज्म करना फाई ए प्लस बी ये फाई ए प्लस फाई बी करना हुंदा ते फाई ए बी जो है ये फाई ए फाई बी करना हुंदा। जे फाई फंक्शन आर टू एस जा रहा तो जिहड़े ए बी हुंदे ने वो आर च होणगे। इस केस फंक्शन कित्थों जा रहा आर बाय के तो एस, तो एलीमेंट ये मनांगे, एक एलीमेंट मनना ये चों दूजा एलीमेंट ए ते बी जो है वो आर बाय के चों मनने। तो आर बाय के कितने एलीमेंट होणगे, एक x1 प्लस के होगा एक x2 प्लस के होगा, दो एलीमेंट ले लिया अपने। हुण ये कर सकते हैं आप ऐड के प्लस के आइडियल का तो के ही आऊगा जी। ये लिख सकते हैं आप फाई x1 प्लस x2 के इदा पा लो। आइडियल दे आइडियल एलीमेंट ऐड करोगे आइडियल ही बनूगा जी। हुण फाई एक्स प्लस के की डिफाइन किया है जी अपने एफ एक्स, फाई एक्स प्लस के एफ एक्स डिफाइन किया है। हुण एफ जो है ये अपने कोल होमोमॉर्फिज्म तो इनू आप अलग अलग कर सकते हैं क्योंकि जो एफ है ये होमोमॉर्फिज्म है। तो फाई x1 की होगा सॉरी एफ x1 की होगा ए फाई x1 प्लस के ते एफ x2 की है फाई x2 प्लस के। ये प्रॉपर्टी पहले प्रूफ होगी। होमोमॉर्फिज्म च दो ने प्रॉपर्टी ना करनी है फाई ए बी वाली। एंड फाई ए बी ए इंटू बी, ये भी कह सकते सीधा इदा भी कह सकते
कि कोशेंट रिंग के एलीमेंट जो है आप इदां ऐड किया सी ए प्लस आई इक्वल बी प्लस आई ए प्लस बी आई प्लस आई ए प्लस आई बी प्लस आई। कोशेंट रिंग के विच मल्टीप्लाई किवें करना हुंदा, वो हुंदा जी ए बी प्लस आई, मतलब ये बनेगा x1 x2 प्लस आई। कोशेंट रिंग च इदां कीता सीगा जी। तो ये x हो गया, फाई एक्स प्लस के की होगा एफ एक्स बराबर। ये होमोमॉर्फिज्म है, इनू आप अलग अलग कर सकते हैं मल्टीप्लाई च, ये अलग अलग हो गया जी। तो ये की बन गया फाई x1 प्लस के, ये बन गया फाई x2 प्लस के। तो मल्टीप्लाई वास्ते अलग अलग कर सकते हैं। देयरफॉर फाई की बन गया, फाई इज होमोमॉर्फिज्म, इन्हों होमोमॉर्फिज्म कहेंगे। होमोमॉर्फिज्म हो गया, वन वन शो हो गया, हम कला अपना ऑन टू रह गया। ऑन टू सीधे ही हो जाएगा जी, जो कर रहे हैं असं ऑन टू किमें करना होगा। आर बाय के ए एस, ਇਹਦੇ ਵਿੱਚ ਜਨਰਲ ਐਲੀਮੈਂਟ ਲੈਣਾ ਹੁੰਦਾ ਆਪਾਂ ਨੇ। ਉਹ ਜਨਰਲ ਐਲੀਮੈਂਟ ਕੀ ਲਵਾਂਗੇ, y ਲੈ ਲਿਆ ਜਨਰਲ ਐਲੀਮੈਂਟ, ਉਹਦੀ ਪ੍ਰੀ ਇਮੇਜ ਇਹਦੇ ਵਿੱਚ ਲੈ ਕੇ ਆਣੀ ਹੈ। ਜੇ ਜਨਰਲ ਦੀ ਆ ਗਈ ਫਿਰ ਸਾਰਿਆਂ ਦੀ ਆ ਗਈ, ਸਾਰਿਆਂ ਦੀ ਪ੍ਰੀ ਇਮੇਜ ਆ ਗਈ ਤਾਂ ਔਨ ਟੂ ਬਣ ਜਾਏਗਾ। तो लेट कर लिया y जो है वो एस च ले लिया, जनरल एलिमेंट मान लिया अपन। देयरफॉर y जो है वो पक्का एफ एक्स की फॉर्म का होएगा, वेयर x बिलोंग्स टू r। क्यों? क्योंकि बिकॉज f ऑन टू है, जिवें पिछे गया सी अपने कोई भी एलिमेंट लवांगे s का वो f ऑफ x की फॉर्म का होएगा बिकॉज ये ऑन टू। तो ध्यान होवे इत्थे पहला किता सी कि एदी इमेज आपां प्री इमेज सपोज करनी हुंदी है, कढ़ नहीं सकते आप। मेरी प्री इमेज की सपोज कर रहे हैं। नाउ फाई ऑफ एक्स प्लस के ए मान ली, ये किहदे बराबर आऊगा, ये एफ ऑफ एक्स बराबर होगा गिवन अपन, ये किहदे बराबर आ वाई। तो ये वाई की प्री इमेज की आ गई एक्स प्लस के, ते आलसो एक्स प्लस के किहदे विच आऊगा, ये पक्का आर बाय के च आऊगा। क्यों? क्योंकि जो एक्स है वो आर विच, जे एक्स आर विच है तो एक्स प्लस के पक्का आर बाय के दे विच आऊगा बिकॉज एक्स आर विच है। तो हर एक एलीमेंट की प्री इमेज एग्जिस्ट होगी। देयरफॉर जो अपने को फाई है ये ऑन टू बन गया। जे फंक्शन होमोमॉर्फिज्म वन वन ते ऑन टू होए फिर आप कह सकते हैं कि ये दोनों ग्रुप जो है ये दोनों आइसोमॉर्फिक ने, ये दोनों ग्रुप जो ने वो आइसोमॉर्फिक ने। तो ये फंडामेंटल थ्योरम सी अगे करनी अपने। ये तो बाद आपने दो थ्योरमां होर करियां सीगियां जी, जे ध्यान च होवे। होमोमॉर्फिज्म दी ते आइसोमॉर्फिज्म दी जिहड़ी पिछे की फस्ट थ्योरम आइसोमॉर्फिज्म भी कहते हैं। हुण आपां करनी हैगी आ सैकेंड आइसोमॉर्फिज्म थ्योरम। वो दे लो स्टेटमेंट की हैगी, लेट आई एंड जे बी टू आइडियल्स ऑफ आर देन I by I intersection J is isomorphic to I plus J by J। ये शो करना अपन। तो स्टेटमेंट देखो, we are given that दिता है अपन, we are given that I and J are ideals of R। ये गिवन तो वी आर टू प्रूव दैट आपने प्रूव करना है प्रूव करना इस केस आई बाय
I intersection J is isomorphic to I plus J by J. ये शो करना ही अपने ਉੱਥੇ ਦੀ ਥਿਊਰਮ ਇਹਦੇ ਨਾਲ ਦੀ ਸੀ ਮੈਂ ਸਟੇਟਮੈਂਟ ਲਿਖਵਾਉਣਾ ਸੀ ਯਾਦ ਆ ਜੀ ਥੋੜਾ ਫਰਕ ਸੀ H by H intersection N is isomorphic to HN by N ਦੇਖ ਕਿਸੇ ਲੱਗ ਰਿਹਾ ਹੋਊਗਾ ਕਿ ਆ ਸੇਮ H ਥਾਂ ਇੱਥੇ ਕੀ ਹੈਗਾ I ਆ N ਥਾਂ ਕੀ ਹੈਗਾ J ਬਸ ਇਹ ਫਰਕ ਆ ਇੱਥੇ ਮਲਟੀਪਲਾਈ ਸੀਗਾ ਇੱਥੇ ਪਲੱਸ ਆ ਇਹ ਸੈਕਿੰਡ ਥਿਊਰਮ ਔਨ ਆਈਸੋਮੋਰਫਿਜ਼ਮ ਗਰੁੱਪ ਦੇ ਵਿੱਚ ਸੀਗੀ ਜੇ ਧਿਆਨ ਚ ਹੋਵੇ ਕੁਐਸਚਨ ਥੋੜਾ ਲੰਬਾ ਗਿਆ ਸੀ ਲੰਬਾ ਕਿਵੇਂ ਗਿਆ ਸੀ ਪਹਿਲਾਂ ਆਪਾਂ ਨੇ ਸਟਾਰਟਿੰਗ ਦੇ ਵਿੱਚ ਇਹ ਪ੍ਰੂਵ ਕੀਤਾ ਸੀ ਕਿ ਇਹ ਦੋਨੇ ਜੋ ਹੈਗੇ ਨੇ ਇਹ ਵੈਲ ਡਿਫਾਈਨਡ ਨੇ ਵੈਲ ਡਿਫਾਈਨਡ ਮਤਲਬ ਕਿ ਸਹੀ ਨੇ ਮਤਲਬ ਕੋਸ਼ੈਂਟ ਗਰੁੱਪ ਕਦੋਂ ਸਹੀ ਹੋਊਗਾ ਜਦੋਂ ਇਹ ਵਾਲਾ ਇਹਦਾ ਨਾਰਮਲ ਸਬ ਗਰੁੱਪ ਹੋਊਗਾ ਇਹ ਇਹਦਾ ਨਾਰਮਲ ਸਬ ਗਰੁੱਪ ਹੋਊਗਾ ਇਹ ਦੋਨੇ ਪ੍ਰੂਵ ਕੀਤੇ ਸੀ ਪਹਿਲਾਂ ਆਪਾਂ ਹੁਣ ਇਹਦੇ ਵਿੱਚ ਵੀ ਇਹ ਸ਼ੋਅ ਕਰਾਂਗੇ ਕੋਸ਼ੈਂਟ ਰਿੰਗ ਤਾਂ ਸਹੀ ਕਹਾਂਗੇ ਆਪਾਂ ਇਹਦਾ ਮੀਨਿੰਗ ਆਪਾਂ ਤਾਂ ਕਹਾਂਗੇ ਇਹ ਕੋਸ਼ੈਂਟ ਰਿੰਗ ਤਾਂ ਬਣੇਗੀ ਜੇ ਇਹ ਇਹਦਾ ਆਈਡੀਅਲ ਹੋਵੇ ਤੇ ਇਹ ਖੁਦ ਆਪ ਰਿੰਗ ਹੋਵੇ ਇਹਨਾਂ ਨੂੰ ਆਪਾਂ ਇਹਦਾ ਆਈਡੀਅਲ ਸ਼ੋਅ ਕਰਾਂਗੇ ਜੀ ਇਹ ਸੌਖਾ ਹੀ ਹੈ ਇਹਦੇ ਵਿੱਚ ਇਹ ਚ ਲੰਬਾ ਗਿਆ ਸੀ ਇਸ ਚ ਸੌਖਾ ਹੋ ਜਾਏਗਾ ਜੀ ਉਹ ਕਿਵੇਂ ਉਹ ਦੇਖੋ since I and J are ideals of R ਤਾਂ ਆਪਾਂ ਨੂੰ ਪਤਾ ਹੈ ਕਿ ਜੋ I intersection J and I plus J ਇਹ ਵੀ ਪੱਕਾ ਆਈਡੀਅਲਸ ਹੋਣਗੇ R ਦੇ ਇਹ ਪ੍ਰੂਵ ਕਿੱਥੇ ਹੋਣੇ ਦੋਨੇ ਪਹਿਲਾਂ ਇੱਥੇ ਕੰਮ ਸੌਖਾ ਹੋ ਗਿਆ ਨਾਓ ਦੇਖੋ I intersection J a subset of I होएगा and J is subset of I plus J तो ये तो सौखा ही इंटरसेक्शन एलिमेंट सारे I चाणगे आ लिख देना कि ये सबसेट क्यों है कि ये कर देने प्रूफ आप बिकॉज जे कोई आप एक्स जे विचों लवांगे तो उन्होंने एक्स में लिख सकते हैं 0 प्लस एक्स आइडेंटिटी पास करांगे सेम ही आऊगा आइडेंटिटी एलीमेंट जो है ये पक्का आइडियल च आंदा हुंदा ते एक्स जे विच तां इन्हां दी एडिशन दोनों दी आई प्लस जे विच आएगी जे कोई एलीमेंट जे विच आ रहा ते ओह एलीमेंट आपां आई प्लस जे च प्रूव करता तां मतलब बन गया कि जे सबसेट ऑफ आई प्लस जे आ चीज बन गई अपने हुण फिर कह सकते हैं कि आपां ये आइडियल ये भी आइडियल आइडियल खुद आप की होंदी है रिंग होंदी है ध्यान रखो जिहड़ी कोशेंट रिंग है वो मीनिंगफुल कदों होंदी है जदों ये रिंग होवे ये उहदा आइडियल होवे तां मीनिंगफुल होंदी है ये आइडियल आ आइडियल खुद आप रिंग होंदी हैगी सब रिंग होंदी है सब रिंग खुद आप रिंग होंदी है ये रिंग आ ये आइडियल तां मीनिंगफुल हो गया देयरफॉर I by I intersection J भी मीनिंगफुल हो गया ये आइडियल खुद आप रिंग होएगी ये भी आइडियल है ये फिर ਇਹਦਾ आइडियल बन गया जे ਇਹਦਾ आइडियल बन गया तो I plus J by J are meaningful ये दोनों मीनिंगफुल ने बस वो जी अपने ग्रुप च करी सी ये पोर्शन लंबा गया सी वो हुण ਇਹਦੇ ਚ ਜੇ ਗਰੁੱਪ ਵਿੱਚ ਵੀ ਕੁਝ ਕੀਤਾ ਸੀ ਆਪਾਂ ਨੇ ਇਹਦੇ ਵਿੱਚ ਆਪਣੇ ਫੰਡਾਮੈਂਟਲ ਥਿਊਰਮ ਔਨ ਹੋਮੋਮੋਰਫਿਜ਼ਮ ਲਾਣੀ ਹੈ ਉਹ ਕਿਵੇਂ ਲਾਉਣੀ ਹੈ ਦੇਖੋ ਉਹ ਕੀ ਪ੍ਰੂਵ ਕੀਤਾ ਆਪਾਂ ਨੇ ਜੇ ਆਪਣੇ ਕੋਲ ਉਹ ਮੈਂ ਸਟੇਟਮੈਂਟ ਲਿਖ ਰਿਹਾ ਜੇ f ਆਪਣੇ ਕੋਲ ਹੋਮੋਮੋਰਫਿਜ਼ਮ ਹੈ R2S f ਜੋ ਹੈ ਇਹ ਹੋਮੋਮੋਰਫਿਜ਼ਮ ਐਂਡ ਔਨਟੂ ਹੈ ਤੇ ਇਹਦਾ ਜੋ ਕਰਨਲ ਹੈ ਕਰਨਲ f ਉਹ k ਆ ਮੰਨ ਲਓ ये गिवन सी जो पिछे थ्योरम की अपने जे ये गल्लां होण तां इत्थों हो गया सी कि R by K जो है ये आइसोमॉर्फिक होगा S नाल ये फंडामेंटल थ्योरम ऑन होमोमॉर्फिज्म कहती है
ਜਿਵੇਂ ਆਪਾਂ ਗਰੁੱਪ 'ਚ ਕੀਤਾ ਸੀ, ਗਰੁੱਪ ਵਿੱਚ ਜਿਹੜੇ 2 ਥਿਊਰਮਾਂ ਕੀਤੀਆਂ ਸੀ, ਇਸ ਤੋਂ ਬਾਅਦ ਉਹਨਾਂ ਵਿੱਚ ਵੀ ਇਹ ਥਿਊਰਮ ਲਾਈ ਸੀ ਆਪਾਂ ਨੇ। ਸੈਕੰਡ ਥਿਊਰਮ ਔਨ ਆਈਸੋਮੋਰਫਿਜ਼ਮ ਅਤੇ ਥਰਡ ਥਿਊਰਮ ਦੋਨਾਂ ਵਿੱਚ ਆਪਾਂ ਫੰਡਾਮੈਂਟਲ ਥਿਊਰਮ ਯੂਜ਼ ਕਰਾਂਗੇ, ਜਿਵੇਂ ਆਪਾਂ ਨੇ ਗਰੁੱਪ 'ਚ ਯੂਜ਼ ਕੀਤੀ ਸੀ। ਸੋ ਇਹਦੇ ਵਿੱਚ ਕੀ ਕਰਾਂਗੇ, ਫਿਰ ਫੰਕਸ਼ਨ ਕਿੱਥੋਂ ਕਿੱਥੇ ਡਿਫਾਈਨ ਕਰਾਂਗੇ ਆਪਾਂ, ਇੱਥੋਂ ਫੰਕਸ਼ਨ ਇੱਥੇ ਡਿਫਾਈਨ ਕਰਾਂਗੇ। ਧਿਆਨ ਦਿਓ ਕਿਵੇਂ ਕਰਾਂਗੇ। ਇੱਕ ਫੰਕਸ਼ਨ ਡਿਫਾਈਨ ਕਰਾਂਗੇ ਜਿਹੜਾ i ਤੋਂ i ਪਲਸ j ਬਾਈ j ਜਾ ਰਿਹਾ। ਚਲੋ ਇਹਨੂੰ ਆਪਾਂ ਹੋਮੋਮੋਰਫਿਜ਼ਮ ਸ਼ੋ ਕਰਾਂਗੇ, ਔਨ ਟੂ ਸ਼ੋ ਕਰਾਂਗੇ, ਤੇ ਇਹਦਾ ਜੋ ਕਰਨਲ f ਹੈ ਇਹਨੂੰ ਆਪਾਂ i ਇੰਟਰਸੈਕਸ਼ਨ j ਸ਼ੋ ਕਰਾਂਗੇ ਜੀ। ਦੇਖੀ ਜਾਓ ਕਿਵੇਂ ਕਰਾਂਗੇ, ਦੇਖਾਂਗੇ। ਜੇ ਮੰਨ ਲਓ ਸਾਰਾ ਕੁਝ ਸ਼ੋ ਕਰਤਾ, ਹੋਮੋਮੋਰਫਿਜ਼ਮ ਵੀ ਹੋ ਗਈ, ਔਨ ਟੂ ਹੋ ਗਈ, ਕਰਨਲ ਇਹਦਾ ਬਰਾਬਰ ਆ ਗਿਆ, ਤੇ ਇਹ 'ਚ ਵੈਲਿਊ ਭਰੋ ਜੀ। r ਬਾਈ k ਜੋ ਹੈ ਇਹ ਆਈਸੋਮੋਰਫਿਕ ਹੋਏਗਾ s ਦੇ। ਇਹ ਆਪਣਾ ਆ ਜਾਊਗਾ। ਬਸ ਆਪਾਂ ਨੇ ਕਰਨਾ ਕੀ ਹੈ ਇਹਦੇ ਵਿੱਚ ਕਿ ਇੱਕ ਫੰਕਸ਼ਨ ਡਿਫਾਈਨ ਕਰਨਾ, ਬਸ ਹੋਮੋਮੋਰਫਿਜ਼ਮ ਸ਼ੋ ਕਰਨਾ, ਇਹਨੂੰ ਔਨ ਟੂ ਸ਼ੋ ਕਰਨਾ, ਤੇ ਕਰਨਲ f ਇੰਟਰਸੈਕਸ਼ਨ ਬਰਾਬਰ ਸ਼ੋ ਕਰਨਾ ਹੈਗਾ। ਤੇ ਸਿੱਧਾ ਹੀ ਬਾਈ ਯੂਜ਼ਿੰਗ ਹੋਮੋਮੋਰਫਿਜ਼ਮ ਔਰ ਫੰਡਾਮੈਂਟਲ ਥਿਊਰਮ ਔਨ ਹੋਮੋਮੋਰਫਿਜ਼ਮ ਇਹ ਦੋਨੇ ਗਰੁੱਪ ਕੀ, ਦੋਨੇ ਕੋਸ਼ੈਂਟ ਰਿੰਗ ਕੀ ਹੋਣਗੀਆਂ, ਆਈਸੋਮੋਰਫਿਕ ਹੋਣਗੀਆਂ। ਬਸ ਆਹ ਚੀਜ਼ ਕਰਨੀ ਆਪਾਂ ਨੇ। ਜੇ ਧਿਆਨ ਦੇ ਵਿੱਚ ਹੋਵੇ, ਜਦੋਂ ਇਹ ਥਿਊਰਮ ਗਰੁੱਪ 'ਚ ਕਰੀ ਸੀਗੀ ਉਹਦੇ 'ਚ ਔਨ ਟੂ ਵਾਲਾ ਪਾਰਟ ਥੋੜਾ ਧਿਆਨ ਨਾਲ ਸੀਗਾ, ਇਹ 'ਚ ਵੀ ਔਨ ਟੂ ਵਾਲਾ ਪਾਰਟ ਧਿਆਨ ਨਾਲ ਕਰਨਾ ਜੀ। ਸੋ ਦੇਖੋ ਸਟਾਰਟ ਕਰਨ ਲੱਗੇ ਆਪਾਂ। ਲੈਟ ਫੰਕਸ਼ਨ ਡਿਫਾਈਨ ਕੀਤਾ ਬਾਏ, ਐਂਡ ਫੰਕਸ਼ਨ ਕੀ ਡਿਫਾਈਨ ਕੀਤਾ ਦੇਖੋ, i ਹੋਵੇ ਐਲੀਮੈਂਟ। ਹੁਣ ਇਹ ਦੇਖਣਾ ਧਿਆਨ ਨਾਲ। ਫੰਕਸ਼ਨ ਜੋ ਹੈ ਉਹ ਆਪਾਂ ਨੇ i ਤੋਂ i ਪਲਸ j ਬਾਈ j ਡਿਫਾਈਨ ਕਰਨਾ। ਇਹਦੇ 'ਚ ਐਲੀਮੈਂਟ ਕਿਸ ਫਾਰਮ ਦੇ ਹੋਣਗੇ, ਜੋ ਸਿੰਗਲ ਇਹਦਾ ਰਿੰਗ ਹੀ ਆਈਡੀਅਲ, ਇਹਦਾ ਚਲੋ x ਫਾਰਮ ਦੇ ਐਲੀਮੈਂਟ ਹੋਣਗੇ, ਚਲੋ ਮੰਨ ਲੈਣੇ। ਇਹਦੇ 'ਚ ਐਲੀਮੈਂਟ ਕਿਸ ਫਾਰਮ ਦੇ ਹੋਣਗੇ, ਕੋਸ਼ੈਂਟ ਰਿੰਗ r ਬਾਈ i, ਇਹ 'ਚ ਐਲੀਮੈਂਟ ਕਿਸ ਫਾਰਮ ਦੇ ਹੁੰਦੇ ਨੇ, a ਪਲਸ i ਦੀ ਫਾਰਮ ਦੇ। a ਕਿਹਦੇ ਵਿੱਚ ਹੁੰਦਾ, r 'ਚ, i ਹੋ ਗਿਆ ਨੀਚੇ ਵਾਲਾ। ਤਾਂ ਇਹਦੇ ਵਿੱਚ ਐਲੀਮੈਂਟ x ਪਲਸ j ਦੀ ਫਾਰਮ ਦੇ ਹੋਣਗੇ, ਤੇ ਜੋ x ਹੈ ਉਹ ਕਿਹਦੇ ਵਿੱਚ ਆਏਗਾ, i ਪਲਸ j 'ਚ। ਹੁਣ ਇਹ ਪ੍ਰੋਬਲਮ ਆਊਗੀ ਜੀ। ਉਹ ਦੇਖੋ ਆਪਾਂ ਲੈ ਲਿਆ fx ਇਕੁਅਲਸ ਟੂ x ਪਲਸ j, ਵੇਅਰ ਆਪਾਂ ਨੇ x ਕਿਹਦੇ ਵਿੱਚ ਮੰਨਿਆ ਹੈਗਾ, ਉਹ ਤਾਂ i 'ਚ ਮੰਨਿਆ। ਇਹ ਤਾਂ ਗਲਤ ਨਹੀਂ ਹੋ ਗਿਆ, x ਤਾਂ i 'ਚ ਹੀ ਚਾਹੀਦਾ, ਇਹਦੀ ਇਮੇਜ ਕੱਢਣੀ। ਇਹਦੀ ਇਮੇਜ ਇਹ ਕਿਵੇਂ ਆ ਜਾਏਗੀ, ਇਹ ਤਾਂ ਐਲੀਮੈਂਟ ਆਪਾਂ ਨੂੰ i ਪਲਸ j 'ਚ ਚਾਹੀਦਾ। ਜੇ x i ਪਲਸ j 'ਚ ਹੋਊਗਾ ਤਾਂ ਹੀ ਇਹ ਵਾਲਾ ਐਲੀਮੈਂਟ ਜੋ ਹੈ ਇਸ ਕੋਸ਼ੈਂਟ ਰਿੰਗ ਦੇ ਵਿੱਚ ਆ ਜਾਏਗਾ, ਆਏਗਾ। ਇਹੀ ਪ੍ਰੋਬਲਮ ਜੋ ਹੈਗੀ ਆਪਾਂ ਨੂੰ ਗਰੁੱਪ ਦੇ ਵਿੱਚ ਆਈ ਸੀ, ਜੋ ਗਰੁੱਪ ਦੀ ਸ਼ੁਰੂ ਕੀਤੀ ਸੀ, ਉੱਥੇ ਨਾਲ ਇੱਕ ਸਟੈਪ ਆਇਆ ਸੀਗਾ। ਉਹ ਕੀ ਪਾਇਆ ਸੀਗਾ, ਜੇ x i ਵਿੱਚ ਹੈ ਤਾਂ x ਨੂੰ ਆਪਾਂ x ਪਲਸ 0 ਲਿਖ ਸਕਦੇ ਹੈਗੇ ਆ। x ਜੋ ਐਲੀਮੈਂਟ ਹੈ ਉਹ i ਵਿੱਚ ਆ, 0 ਆਇਡੈਂਟੀਟੀ ਪੱਕਾ ਆਈਡੀਅਲ 'ਚ ਆਉਂਦਾ ਹੁੰਦਾ। ਆਈਡੀਅਲ ਸਬ ਰਿੰਗ ਹੁੰਦੀ ਹੈ, ਸਬ ਰਿੰਗ ਖੁਦ ਆਪ ਰਿੰਗ ਹੁੰਦੀ ਹੈ। ਰਿੰਗ ਜੋ ਹੈ ਉਹ ਅੰਡਰ ਐਡੀਸ਼ਨ ਗਰੁੱਪ ਹੁੰਦਾ ਹੈ, ਗਰੁੱਪ ਦੇ ਵਿੱਚ ਆਇਡੈਂਟੀਟੀ ਐਲੀਮੈਂਟ ਪੱਕਾ ਆਏਗਾ। ਇਹ ਆ ਗਿਆ। ਤਾਂ ਹੁਣ ਇਹ ਗਲਤ ਨਹੀਂ ਹੈ। ਗਲਤ ਕਿਉਂ ਨਹੀਂ ਹੈ, ਕਿਉਂਕਿ x ਜੋ ਹੈ ਉਹ i ਪਲਸ j 'ਚ ਆ ਰਿਹਾ। ਜੇ x i ਪਲਸ j ਦੇ ਵਿੱਚ ਆ ਰਿਹਾ ਹੈ ਤਾਂ ਇਹ ਵਾਲਾ ਐਲੀਮੈਂਟ ਇਹ i ਪਲਸ j ਵਿੱਚ, ਉਹਦੇ j ਜੋੜਾਂਗੇ ਤਾਂ ਕੋਸ਼ੈਂਟ ਰਿੰਗ ਦੇ ਵਿੱਚ ਆਏਗਾ। ਬਿਲਕੁਲ ਸੇਮ ਇਹੀ ਚੀਜ਼ ਮੈਂ ਤਾਂ ਹੀ ਪਹਿਲਾਂ ਵੀ ਕਿਹਾ ਸੀਗਾ ਕਿ ਜੇ ਤੁਸੀਂ ਇਹ ਥਿਊਰਮਾਂ ਤੋਂ ਪਹਿਲਾਂ ਹੋਮੋਮੋਰਫਿਜ਼ਮ ਗਰੁੱਪ ਵਾਲੇ ਚੈਪਟਰ ਪੜ੍ਹ ਲਓ, ਇਹ ਥਿਊਰਮਾਂ ਪੜ੍ਹ ਲਓ ਧਿਆਨ ਨਾਲ, ਉਹ ਤਿਆਰ ਕਰ ਲਓ, ਫਿਰ ਤੁਹਾਨੂੰ ਸੌਖਾ ਸਮਝ ਆ ਜਾਊਗਾ ਸਾਰਾ। ਦੋਨੇ ਗੱਲਾਂ ਨੇ, ਜਾਂ ਹੁਣ ਸਮਝ ਲਓ ਧਿਆਨ ਨਾਲ। ਜੇ ਹੁਣ ਧਿਆਨ ਨਾਲ ਸਮਝ ਲਓਗੇ ਤੁਹਾਨੂੰ ਹੋਮੋਮੋਰਫਿਜ਼ਮ ਔਨ ਗਰੁੱਪ ਵਾਈਜ਼ ਥਿਊਰਮਾਂ ਸਮਝ ਆਉਣਗੀਆਂ। ਦੋਨੇ ਗੱਲਾਂ ਨੇ, ਜਿਸ ਤਰ੍ਹਾਂ ਮਰਜ਼ੀ ਕਰ ਲਓ। ਜੇ ਪਹਿਲਾਂ ਪੜ੍ਹਿਆ ਹੋਊਗਾ ਤਾਂ ਹੁਣ ਸੌਖਾ ਸਮਝ ਆ ਜਾਏਗਾ, ਜੇ ਪਹਿਲਾਂ ਨਹੀਂ ਪੜ੍ਹਿਆ ਹੈ ਤਾਂ ਹੁਣ ਪੜ੍ਹ ਲਵੋ ਧਿਆਨ ਨਾਲ, ਤੁਹਾਨੂੰ ਪਿਛਲਾ ਆਪੇ ਸਮਝ ਆ ਜਾਏਗਾ। ਹੁਣ ਇਹਨੂੰ ਆਪਾਂ ਨੇ ਪਹਿਲਾਂ ਵੈਲ ਡਿਫਾਈਨਡ ਕਰ ਦਾਂਗੇ, ਮੰਨ ਤਾਂ ਲਿਆ ਕਿ ਸਹੀ ਮੰਨਿਆ ਆਪਾਂ ਨੇ।
जो ਲੈਟ ਕਰਾਂਗੇ जो x1 ਤੇ x2 ਨੇ ਇਹ ਦੋ i ਚ ਨੇ। ਚਲੋ ਇਦਾਂ ਮੰਨ ਲਓ ਸਿੱਧੀ ਲੈਟ ਕੀਤਾ ਆਪਾਂ ਨੇ x1 equals to x2 where x1 ਤੇ x2 i ਵਿੱਚ ਨੇ ਦੇ ਐਲੀਮੈਂਟ ਸੇਮ ਨੇ ਤਾਂ ਆ ਸੈੱਟ ਵੀ ਪੱਕਾ ਬਰਾਬਰ ਹੋਣਗੇ। ਚੈੱਕ ਕਰ ਲਓ ਇਹਦਾ ਮਤਲਬ ਕੀ ਹੁੰਦਾ x1 ਨੂੰ j ਦੇ ਐਲੀਮੈਂਟ ਐਡ ਕਰਨਾ ਇਹ x2 ਨੂੰ j ਦੇ ਐਲੀਮੈਂਟ ਐਡ ਕਰਨਾ। ਜੇ ਐਲੀਮੈਂਟ ਸੇਮ ਨੇ ਸੈੱਟ ਪੱਕਾ ਸੇਮ ਬਣਨਗੇ ਸਿੱਧਾ ਹੀ ਹੈ। ਜੇ ਸੈੱਟ ਪੱਕਾ ਸੇਮ ਬਣਨਗੇ ਤਾਂ ਆਪਾਂ ਇੱਥੋਂ ਕਹਿ ਸਕਦੇ ਹਾਂ ਇਹ ਕਿਹਦੇ ਬਰਾਬਰ ਆ fx1 x2 ਇਹ fx2 therefore f ਕੀ ਬਣ ਗਿਆ ਵੈਲ ਡਿਫਾਈਨਡ। ਹੁਣ ਇੱਥੇ ਉਲਟੇ ਸਟੈਪ ਨਹੀਂ ਕਰਨੇ ਉਲਟੇ ਸਟੈਪ ਦੀ ਲੋੜ ਹੀ ਨਹੀਂ ਹੈਗੀ। ਇੱਥੇ ਕਿਹੜਾ ਆਪਾਂ ਇਹ ਚੈੱਕ ਵੈਸੇ ਬਣਨਗੇ ਨਹੀਂ ਇਹ ਉਲਟੇ ਸਟੈਪ ਬਣਾਉਣੇ ਨਹੀਂ ਹੈਗੇ। ਕਿਉਂ ਨਹੀਂ ਬਣਾਉਣੇ ਹੈਗੇ ਬਿਕੋਜ਼ ਆਪਾਂ ਨੇ f ਨੂੰ 1-1 ਤਾਂ ਸ਼ੋ ਹੀ ਨਹੀਂ ਕਰਨਾ ਕਿਤੇ। ਜੇ 1-1 ਸ਼ੋ ਕਰਨਾ ਤਾਂ ਫਿਰ ਆਪਾਂ ਉਲਟੇ ਸਟੈਪ ਚੈੱਕ ਕਰਦੇ ਕਿ ਬਣਦੇ ਨੇ ਕਿ ਨਹੀਂ ਬਣਦੇ 1-1 ਕਰਨ ਵਾਸਤੇ। ਕੱਲਾ ਇਹਨੂੰ ਹੋਮੋਮੋਰਫਿਜ਼ਮ ਕਰਨਾ ਔਨ ਟੂ ਕਰਨਾ ਤੇ ਕਰਨਲ ਕੱਢਣਾ ਬਸ। ਇਸ ਸਾਰੇ 1-1 ਦੀ ਲੋੜ ਨਹੀਂ ਹੈਗੀ ਇਸ ਕਰਕੇ ਇਹ ਸਟੈਪ ਆਪਾਂ ਨਹੀਂ ਪਾਉਣੇ। ਹੁਣ ਇਹ 'ਚ ਹੋਮੋਮੋਰਫਿਜ਼ਮ ਪਹਿਲਾਂ ਕਰ ਰਹੇ ਹਾਂ ਉਹ ਦੇਖੋ ਲੈਟ ਕੀਤਾ x1 x2 ਦੋ i ਚ ਨੇ ਪਹਿਲਾ ਕੀ ਹੋਊਗਾ fx1 plus x2 fx1 plus fx2 ਇਕੁਅਲ ਲੈ ਕੇ ਆਉਣਾ। ਇਹਦੀ ਵੈਲਿਊ ਕਿੰਨੀ ਆਊਗੀ ਇਹਦੀ ਵੈਲਿਊ ਆਊਗੀ x1 plus x2j ਇਹਨੂੰ ਲਿਖ ਸਕਦੇ ਹੈਗੇ ਆਪਾਂ ਜਿਵੇਂ ਕੋਸ਼ੈਂਟ ਰਿੰਗ ਚ ਆਪਾਂ ਪੜ੍ਹਿਆ ਸੀਗਾ ਇਹਦੀ ਐਡੀਸ਼ਨ ਆਪਾਂ ਇਦਾਂ ਕਰ ਸਕਦੇ ਹਾਂ। ਇਹ ਕਿਹਦੇ ਬਰਾਬਰ ਆ ਜੀ ਇਹ fx1 ਤੇ ਇਹ fx2 ਐਂਡ fx1 x2 ਇਹ ਲਿਆ ਇਹ ਚ ਭਰਤਾ x1 x2 plus j ਮਲਟੀਪਲਾਈ ਕਿਵੇਂ ਕਰ ਸਕਦੇ ਕੋਸ਼ੈਂਟ ਰਿੰਗ ਚ ਪੜ੍ਹਿਆ ਸੀ ਆਪਾਂ ਨੇ ਜੇ ਪਿੱਛੇ ਸ਼ੁਰੂ ਚ ਵੀ ਕੀਤਾ ਆਪਾਂ ਨੇ ਇਹਨੂੰ ਇਦਾਂ ਆਪਾਂ ਮਲਟੀਪਲਾਈ ਦੇ ਵਿੱਚ ਲਿਖ ਸਕਦੇ ਹਾਂ। ਇਹ ਕਿਹਦੇ ਬਰਾਬਰ ਆ ਇਹ fx1 ਆ ਗਿਆ ਇਹ fx2 ਆ ਗਿਆ ਮਲਟੀਪਲਾਈ ਚ therefore f ਕੀ ਬਣ ਗਿਆ f is ਹੋਮੋਮੋਰਫਿਜ਼ਮ f ਜੋ ਹੈ ਹੋਮੋਮੋਰਫਿਜ਼ਮ ਹੋਏਗੀ। ਹੁਣ ਔਨ ਟੂ ਵਾਲਾ ਪਾਰਟ ਇਹ ਜ਼ਿਆਦਾ ਇੰਪੋਰਟੈਂਟ ਆ ਧਿਆਨ ਨਾਲ ਦੇਖਣਾ ਜੀ। ਇਹੀ ਕਨਸੈਪਟ ਜੋ ਹੈ ਗਰੁੱਪ ਵਿੱਚ ਵੀ ਆਇਆ ਸੀ ਇਦਾਂ ਦਾ। ਹੁਣ ਔਨ ਟੂ ਕਿਵੇਂ ਕਰਨਾ ਹੁੰਦਾ ਹੈ ਆਪਾਂ ਲੈਟ ਕਰਨਾ ਹੁੰਦਾ ਹੈ ਪਹਿਲਾਂ ਕੋਈ ਐਲੀਮੈਂਟ ਇਹਦੇ ਚੋਂ ਮੰਨਣਾ ਲੈਟ ਕੀਤਾ x ਕੋਈ ਐਲੀਮੈਂਟ ਜੋ ਹੈ ਇਹ i plus j ਚ ਆ ਰਿਹਾ। ਜੇ x ਐਲੀਮੈਂਟ i plus j ਚ ਆ ਰਿਹਾ ਹੈ ਹੁਣ ਦੇਖੋ ਕੀ ਪ੍ਰੋਬਲਮ ਜੇ ਮੈਂ ਸਿੱਧਾ ਲਿਖ ਦਵਾਂ ਕਿ ਚਲੋ ਇਹ ਐਲੀਮੈਂਟ i plus j ਚ ਆ ਗਿਆ ਤਾਂ ਇੱਕ ਮਿੰਟ ਜੀ ਪਹਿਲਾ ਐਲੀਮੈਂਟ ਆਪਾਂ ਇਹਦੇ ਚ ਇਹ ਸੈੱਟ ਚ ਮੰਨਣਾ ਹੁੰਦਾ। ਪਹਿਲਾ ਐਲੀਮੈਂਟ ਇਹਦੇ ਵਿੱਚ ਕਿਸ ਫਾਰਮ ਦੇ ਐਲੀਮੈਂਟ ਹੋਣਗੇ ਇਹ ਚ ਐਲੀਮੈਂਟ ਹੋਣਗੇ x plus j ਦੀ ਫਾਰਮ ਦਾ। ਇਹ ਆਪਾਂ ਨੇ ਜਨਰਲ ਐਲੀਮੈਂਟ ਕੋਸ਼ੈਂਟ ਰਿੰਗ ਚ ਸਪੋਜ਼ ਕਰ ਲਿਆ ਤਾਂ ਵੇਅਰ x ਕੀ ਆਊਗਾ ਇਸ ਕੇਸ ਚ i plus j ਚ ਆਊ। ਹੁਣ ਜੇ ਜਿਵੇਂ ਆਪਾਂ ਨੇ ਪਹਿਲਾਂ ਕਿਹਾ ਕਿ ਇਹਦੀ ਪ੍ਰੀ ਇਮੇਜ ਆਪਾਂ ਸਪੋਜ਼ ਕਰਨੀ ਹੁੰਦੀ ਹੈ ਇਹਦੀ ਪ੍ਰੀ ਇਮੇਜ ਮੰਨ ਲਈ ਕਿ ਲੈਟ ਕਰ ਲਿਆ ਕਿ f of x ਇਹ ਕੀ ਆਊਗਾ i plus j ਆਊਗਾ। ਠੀਕ ਹੈ x ਦੀ ਇਮੇਜ ਕੀ ਕੱਢੀ ਆਪਾਂ i plus j ਇਦਾਂ ਡਿਫਾਈਨ ਕੀਤਾ ਹੋਇਆ ਡਿਫਾਈਨ ਆਪਾਂ ਇਸੇ ਤਰ੍ਹਾਂ ਕੀਤਾ ਹੋਇਆ ਤਾਂ ਇਹਦੀ ਪ੍ਰੀ ਇਮੇਜ ਜੋ ਹੈ ਉਹ ਇਹਦੇ ਵਿੱਚ ਆ ਗਈ ਨਹੀਂ ਇਹ ਗੱਲ ਦੇਖਣ ਵਾਲੀ। ਇਹਦੀ ਪ੍ਰੀ ਇਮੇਜ ਜੋ ਹੈ ਉਹ ਕਿਹਦੇ ਵਿੱਚ ਆ ਰਹੀ ਹੈ ਇਹਦੀ ਪ੍ਰੀ ਇਮੇਜ ਕੀ ਹੈ x ਆ x ਤਾਂ i plus j ਚ ਆ ਰਹੀ ਹੈ। ਜੇ x i plus j ਚ ਆ ਰਹੀ ਹੈ ਇੱਥੇ i ਚ ਲੈ ਕੇ ਆਉਣੀ ਹੈ। ਜੇ ਕੋਈ ਐਲੀਮੈਂਟ i plus j ਚ ਆ ਰਿਹਾ ਤਾਂ i ਚ ਨਹੀਂ ਕਹਿ ਸਕਦੇ ਆਪਾਂ ਕਾਮਨ ਸੈਂਸ ਵੀ ਲੱਗ ਰਹੀ ਹੋਊਗੀ ਇਹ ਚ ਐਲੀਮੈਂਟ ਵੱਧ ਹੋਣਗੇ ਇਹ ਚ ਘੱਟ ਹੋਣਗੇ। ਜੇ ਇਹਦੇ ਵਿੱਚ ਕੋਈ ਐਲੀਮੈਂਟ ਹੋਵੇ ਤਾਂ ਇਹ ਚ ਪੱਕਾ ਹੋਊਗਾ ਪਿੱਛੇ ਪ੍ਰੂਵ ਕੀਤਾ ਆਪਾਂ ਨੇ ਪਰ ਜੇ ਇਹਦੇ ਵਿੱਚ ਐਲੀਮੈਂਟ ਹੋਵੇ ਇਹਦੇ ਚ ਨਹੀਂ ਕਹਿ ਸਕਦੇ ਆਪਾਂ ਇਹ ਚ ਲੱਗ ਵੀ ਰਿਹਾ ਕਿ j ਦੇ ਐਲੀਮੈਂਟ ਐਕਸਟਰਾ ਐਡ ਹੋ ਰਹੇ ਨੇ
तो ਅਸੀਂ ਇਹ ਨਹੀਂ ਕਹਿ ਸਕਦੇ ਹੈ ਕਿ ਇਹਦੀ ਪ੍ਰੀ ਇਮੇਜ ਜੋ ਹੈ ਉਹ ਆਈ ਚ ਆ ਰਹੀ ਹੈ, ਕਿਉਂਕਿ ਇਹ ਤਾਂ ਆਪਾਂ I plus J ਚ ਮੰਨੀ ਹੋਈ ਹੈ। ਤਾਂ ਹੀ ਕਰਕੇ ਹੀ ਪ੍ਰੋਬਲਮ ਜੋ ਹੈ ਗਰੁੱਪ ਵਿੱਚ ਵੀ ਆਈ ਸੀ। ਤਾਂ ਪ੍ਰੀ ਇਮੇਜ ਜੋ ਹੈ ਉਹ ਆਪਾਂ ਨੇ ਬਣਾਉਣੀ ਆ। ਇਹਦੀ ਪ੍ਰੀ ਇਮੇਜ ਜੋ ਹੈ ਉਹ ਬਣਾਵਾਂਗੇ, ਇਹਨੂੰ ਫਿਰ ਰੱਬ ਕਰ ਰਿਹਾ ਮੈਂ ਅਜੇ। ਤੇ ਬਣਾਉਣੀ ਕਿਵੇਂ ਉਹ ਦੇਖੋ, ਮੈਂ ਇਹਦੀ ਪ੍ਰੀ ਇਮੇਜ ਕੱਢਾਂਗੇ ਆਪਾਂ ਤੇ ਉਹ I ਚ ਹੋਣੀ ਚਾਹੀਦੀ ਹੈ। ਸੋ ਦੇਖੋ ਹੁਣ x ਜੋ ਹੈ ਉਹ I plus J ਚ, therefore x ਨੂੰ ਆਪਾਂ ਲਿਖ ਸਕਦੇ ਹਾਂ ਸ਼ਾਰਟ ਫਾਰਮ ਚ ਪਾ ਲਿਆ ਕਿ ਸੌਖਾ ਰਹੇ, I plus J ਦੀ ਫਾਰਮ ਚ ਪਾ ਲਿਆ, where I ਜੋ ਹੈ ਉਹ I ਚ ਹੋਊਗਾ, J ਜੋ ਹੈ ਉਹ J ਵਿੱਚ ਹੋਊਗਾ। ਐਡੀਸ਼ਨਲ ਫਾਰਮ ਦੇ ਐਲੀਮੈਂਟ ਹੋਣਗੇ ਇਸ ਕੇਸ 'ਚ। ਇਹਨੂੰ ਆਪਾਂ ਇਸ ਫਾਰਮ 'ਤੇ ਲਿਖ ਲਿਆ। ਨਾਓ ਦੇਖੀ ਜਾਈਓ, x plus J ਨੂੰ ਲਿਖ ਲਿਆ I plus J plus J, x ਦੀ ਵੈਲਿਊ ਭਰਤੀ, x ਦੀ ਵੈਲਿਊ I plus small j ਭਰਤੀ। ਇਹ J ਦਾ ਐਲੀਮੈਂਟ ਹੀ ਆ, ਹੁਣ J ਵਿੱਚ ਐਡ ਕਰਾਂਗੇ ਰਿੰਗ ਆਈਡੀਅਲ ਹੈ ਤਾਂ I plus J ਹੀ ਬਣ ਜੂਗਾ। ਦੇਖਿਓ ਧਿਆਨ, ਇਹ ਬਣ ਗਿਆ ਜੀ, ਬਿਕੋਜ਼ J ਜੋ ਹੈ ਉਹ J ਵਿੱਚ ਆ। ਹੁਣ ਕੀ ਹੋ ਗਿਆ ਨਾਓ ਕਿ ਇਹ ਗੱਲ ਤਾਂ ਆਪਾਂ ਕਹਿ ਸਕਦੇ ਹਾਂ ਕਿ f of I plus J ਹੋਊਗਾ, ਇਹ ਡਿਫਾਈਨ ਕੀਤਾ ਹੈ ਕਿ ਜੋ f of x ਹੈ ਉਹ x plus J ਹੋਊਗਾ, ਤਾਂ ਕਹਿ ਸਕਦੇ ਹਾਂ ਆਪਾਂ। I ਕਿਹਦੇ ਵਿੱਚ, I ਵਿੱਚ, ਤਾਂ I plus J ਕਿਹਦੇ ਬਰਾਬਰ ਆ, x plus J। ਹੁਣ ਦੇਖੋ ਹੁਣ ਇਹਦੀ ਪ੍ਰੀ ਇਮੇਜ ਕੀ ਬਣਾਈ ਆਪਾਂ ਨੇ, ਇਹਦੀ ਪ੍ਰੀ ਇਮੇਜ ਜੋ ਹੈ ਉਹ I ਬਣਾਤੀ, I ਕਿਹਦੇ ਵਿੱਚ, ਕੈਪੀਟਲ I ਚ। ਤਾਂ ਕੀ ਮਤਲਬ ਬਣ ਗਿਆ, ਇਹਦੀ ਪ੍ਰੀ ਇਮੇਜ ਕੱਢਤੀ ਆਪਾਂ ਨੂੰ, ਕੀ ਹੈਗੀ ਆ I ਚ, I ਸਮਾਲ I ਹੈ ਕਿਹਦੇ ਵਿੱਚ ਆ, ਕੈਪੀਟਲ I ਦੇ ਵਿੱਚ। ਮਤਲਬ ਜੇ ਜਨਰਲ ਐਲੀਮੈਂਟ ਦੀ ਪ੍ਰੀ ਇਮੇਜ ਆ ਗਈ ਤਾਂ ਸਾਰਿਆਂ ਦੀ ਆ ਗਈ, ਜੇ ਸਾਰਿਆਂ ਦੀ ਆ ਗਈ ਤਾਂ ਉਹਨੂੰ ਔਨ ਟੂ ਕਹਾਂਗੇ। therefore f ਇੱਥੇ ਪਾ ਲਓ also I belongs to I, therefore f is on to, ਸਾਰਿਆਂ ਦੀ ਆ ਗਈ। ਸੋ ਇਹ ਪਾਰਟ ਉਹਦੇ ਵਿੱਚ ਵੀ ਸੀ, ਉਹ ਥੋੜਾ ਲੰਬਾ ਸੀ, ਇਹ ਥੋੜਾ ਛੋਟਾ ਛੇਤੀ ਬਣ ਗਿਆ। ਹੁਣ ਇਹਦਾ ਕਰਨਲ f ਕੱਢਣਾ ਆਪਾਂ ਨੇ, ਉਹ ਵੀ ਦੇਖੋ। ਨਾਓ ਕਰਨਲ f ਕੀ ਹੁੰਦਾ ਹੈਗਾ, ਫੰਕਸ਼ਨ ਦੇਖੋ ਕਿੱਥੇ ਜਾ ਰਿਹਾ ਹੈਗਾ, ਇਹ ਫੰਕਸ਼ਨ ਜਾ ਰਿਹਾ ਜੀ I ਤੋਂ, ਇੱਥੇ ਬਣੀ ਹੋਈ ਛੋਟਾ ਜਿਹਾ, ਉਹ ਐਲੀਮੈਂਟਸ I ਦੇ ਜਿਹੜੇ ਆਇਡੈਂਟੀਟੀ ਵਿੱਚ ਜਾਣਗੇ। ਇੱਥੇ ਕੋਸ਼ੈਂਟ ਰਿੰਗ ਦੇ ਵਿੱਚ ਆਇਡੈਂਟੀਟੀ ਐਲੀਮੈਂਟ ਕੀ ਹੁੰਦਾ, ਇਸ J ਹੋਊਗਾ, ਪੜ੍ਹਿਆ ਹੈ। ਮਤਲਬ I ਦੇ ਉਹ ਐਲੀਮੈਂਟ ਸੱਚ ਦੈਟ ਜਿਨ੍ਹਾਂ ਦੀ ਇਮੇਜ J ਬਣਦੀ ਹੈ, ਸੌਰੀ fx ਇਕੁਅਲ ਟੂ J ਬਰਾਬਰ, ਜਿਨ੍ਹਾਂ ਦੀ ਇਮੇਜ J ਦੇ ਇਕੁਅਲ, ਜਿਨ੍ਹਾਂ ਦੀ ਇਮੇਜ ਅੰਡਰ f J ਦੇ ਇਕੁਅਲ ਹੈ। ਤਾਂ ਇੱਥੋਂ ਆ ਗਿਆ ਕਿ I ਦੇ ਉਹ ਐਲੀਮੈਂਟ ਸੱਚ ਦੈਟ fx ਦੀ ਵੈਲਿਊ ਭਰ ਦੋ, ਜੇ ਪਿੱਛੇ ਗਰੁੱਪ 'ਚ ਵੀ ਕਰਦੇ ਆ ਰਹੇ ਹਾਂ, ਇਹ ਹੁਣੇ ਕੀਤਾ ਆਪਾਂ ਨੇ। ਇਹਦਾ ਮਤਲਬ ਕੀ ਹੁੰਦਾ ਹੈਗਾ, x J ਵਿੱਚ ਆ ਰਿਹਾ, x I ਵਿੱਚ ਵੀ ਹੈ, x J ਵਿੱਚ ਹੈ, ਕਾਮਨ ਹੋ ਗਿਆ। ਤੇ ਕਾਮਨ ਐਲੀਮੈਂਟ ਕਿਹਦੇ ਵਿੱਚ ਆਉਣਗੇ, ਇੰਟਰਸੈਕਸ਼ਨ 'ਚ, ਜੇ ਇੰਟਰਸੈਕਸ਼ਨ ਵਿੱਚ ਆਉਣਗੇ ਤਾਂ ਕਰਨਲ ਵੀ ਨਿਕਲ ਗਿਆ। therefore ਇਸ ਤੋਂ ਬਾਅਦ therefore by fundamental theorem on homomorphism, जो I by I intersection J है, ये आइसोमॉर्फिक होएगा I plus J by J, because if f R to S जा रहा is homomorphism and on to and K जो है वो कर्नल F के बराबर है, then
जो आर बाय के कोशेंट रिंग होंगी है वो एस दे आइसोमॉर्फिक होंगी है। ये स्टेटमेंट नाल लिखनी है अपने फंडामेंटल थ्योरम ऑन होमोमॉर्फिज्म ये चीज़ बनती है। हुण इहदे नाल दी इक थ्योरम होर सी उहदे विच जी, इस तो नैक्सट थर्ड थ्योरम ऑन आइसोमॉर्फिज्म वो भी करनी है अपने जी। ग्रुप दे भी तीन सी थ्योरमां आइसोमॉर्फिज्म दियां, ये भी तीन ही ने जी रिंग दे विच। वो स्टेटमेंट है कि वो स्टेटमेंट देख लो। थर्ड आइसोमॉर्फिज्म थ्योरम, if let I and J be two ideals of ring so that I subset of J, then R by I upon J by I is isomorphic to R by J। ये गल शो करनी है अपन। तो देखो जी इतों स्टार्ट कर रहे हैं। वी आर गिवन दैट अपन गिवन है I and J are ideals of R दिता है अपन, एंड I जो है वो सबसेट ऑफ J। वी आर टू प्रूव दैट, आप प्रूव करना R बाय I बटा J बाय I इज यदि इकट्ठी पाड़ो चलो R बाय I बटा J बाय I is isomorphic to R by J, is isomorphic to R by J। ये अपन ने प्रूव करना है। तो देखो प्रूफ तो चलो हो जाएगा जी। पहला देखो जी कि ये मीनिंगफुल है जी। ठीक, क्यों मीनिंगफुल है जी? क्यों जे आइडियल है। कोशेंट रिंग तां मीनिंगफुल होंदी हैगी आ जे इहदा आइडियल होवे। ये आइडियल हैगा, ये मीनिंगफुल है जी। ये मीनिंगफुल है। क्यों मीनिंगफुल है? आई जिहड़ा हैगा आइडियल ऑफ आर, ये भी मीनिंगफुल है। क्यों? क्योंकि जिहड़ा आई हैगा वो आइडियल ऑफ जे होगा, बिकॉज आई सबसेट ऑफ जे। मतलब हेयर आर बाय आई, जे बाय आई ते आर बाय जे आर मीनिंगफुल। ये मीनिंगफुल ने। जी मेन गल हैगी देखो वो है आर बाय आई बटा जे बाय आई। ये कोशेंट रिंग है। आर बाय आई ये मीनिंगफुल तां हुंदा जे इहदा आइडियल होवे। हुण पहलां ये प्रूव करना पऊगा आपां नूं इहदे विच कि इहदा आइडियल है। तो जिहड़ी थ्योरम हैगी बुक दे विच इस तो पहलां ये प्रूव किया होया, पर आपने थ्योरम दे विच ही प्रूव करना है। ये थ्योरम दे विच प्रूव करना है, तां ही आपां कहांगे मीनिंगफुल है, तां ही आपां प्रूव करांगे। तो पहलां इहदा आइडियल प्रूव करांगे। फर्स्टली we will prove that, आप प्रूव करांगे कि R बाय आई J बाय आई इज आइडियल ऑफ R बाय आई। हुण आइडियल वास्ते चार प्रॉपर्टियां प्रूव करनियां ने। किवें? आई नूं आपां आइडियल ऑफ R कदों कहांगे? नॉन एम्प्टी होवे, सबसैट होवे R दा, ते ए माइनस बी आई च आवे फॉर ऑल बी बिलोंग्स टू आई। ए आर अते आर ए दोने आई च आउण, ए विच होवे, आर विच होवे। आह आपां ने प्रूव करना। शो करते हैं आपां जी। नॉन एम्प्टी शो करना, पहले नॉन एम्प्टी शो करना। ये कोशेंट रिंग विच आइडेंटिटी पक्का होगा। सिंस J by I
इज quotient रिंग देयरफॉर 0 जो है रिंग ਦੇ ਵਿੱਚ ਆਇਡੈਂटिटी एलिमेंट पक्का आंदा ਹੁੰਦਾ जी। दिस इंप्लाइज j बाय i की हो गया नॉन एम्प्टी, नॉन एम्प्टी हो गया। हूँ सबसैट शो करना, सबसैट किवें शो करांगे, लैट कर लो x कोई j बाय i च मान ले तो एक्स जे बाय आई चा किस फॉर्म का होगा, यह एक्स प्लस एक्स जो है जे प्लस आई किस तरह एलीमेंट आउणगे, जे प्लस आई की फॉर्म के वेयर जे बिलोंग्स टू जे रिंग विच इधर एलीमेंट आते होंगे ने क्वेश्चन रिंग च। मैं जे स्मॉल पा ला कि सिंबल यार अपने सौखे रहना अपन, बाकी वाई जैड जो मर्जी मान लो। हुण जिहड़ा Z है वो जे च आ रहा तो दिस इंप्लाइज सॉरी जे जिहड़ा हैगा जे च आ रहा तो जे जो है वो आर विच भी आऊगा बिकॉज जे इज सबसैट ऑफ आर। क्यों? क्योंकि जे जो है वो आइडियल आ आर का, तो फिर यह एलीमेंट आर का हो गया। आर का एलीमेंट जे आप आई नाल ऐड करांगे यह फिर कोशेंट रिंग आर बाय आई च आउणगे तो एक्स ए च मन्निया ए च प्रूव करता। देयरफॉर जे बाय आई जो है वो सबसैट ऑफ आर बाय आई बन गया। पहली गल तेरे विचों आ गई। हुण ए बी दो लैट कर लो, चलो लैट कर लिया आपां ए बी, चाहे इदां मान लो सीधा ही मान सकते हैं वैसे आप, छेदी मान लेने आप ए बी जो है ने यह दो अते आर जो है ए चो मान लिया। ए बी आई चो मनने होंगे, ध्यान रखियो जो आर होंदा है वो जिहदी आपां ने आइडियल शो करना। आर किहदे विचों लिया आपां आर बाय आई चों, इनू शो करना आपां आइडियल तो ए बी आपां जे बाय आई चो लेने, जे बाय आई नू शो करना आपां आइडियल तो जे बाय आई च लवांगे तो किहदा शो करना आपां आइडियल आर बाय आई का, तो आर किहदे विच होऊगा आर बाय आई विचों। हुण आ गल्लां ए माइनस बी भी इहदे विच लैके आवांगे, ए आर आर ए भी लैके आवांगे, सौखा ही है। देखो नाउ जे ए जो है जे बाय आई च आ रहा तो ए जो है वो J1 प्लस आई की फॉर्म का होगा तो बी जो है वो J2 प्लस आई की फॉर्म का होगा तो आर जो है वो इदा पा लो R1 प्लस आई की फॉर्म का होगा। ये तो सिंपल इदा पाने, ध्यान रखना सौखा रहे। आ J1 J2 जे चों आएंगे क्योंकि जे बाय आई च मनने दोने, वेयर J1 J2 ये जे चों आएंगे। हुण ये विच मन्ने आपां आर बाय आई चों तो जिहड़ा R1 है वह आर चों आ गया, ये आ गया। बस दो प्रॉपर्टियां कर लेने फटाफट आपां प्रूफ, फिर उनका प्रूफ स्टार्ट होगा प्रॉपर। नाउ हुण लिया ए माइनस बी, ये आऊगा J1 प्लस आई माइनस J2 प्लस आई, इनू लिख सकते हैं आपां J1 माइनस J2 प्लस आई। उवें है जी जिवें आपां ए प्लस आई प्लस बी प्लस आई नू लिख सकते हैं ए प्लस बी आई, उवें माइनस नूं आपां लिख सकते हैं ए माइनस बी आई। यह पक्का जो है ये जे बाय आई च आऊगा, क्यों? क्योंकि यह एलीमेंट जे च, बिकॉज J1 माइनस J2 ये जे च आऊगा एस J1 J2 जे च नहीं। हुण ये जे च क्यों आऊगा? दो एलीमेंट ग्रुप च होण, रिंग ग्रुप होंदी है अंडर एडिशन ग्रुप होंदी है रिंग, दो एलीमेंट ग्रुप च होण उन्हां दा ए बी इनवर्स भी ग्रुप च ही आंदा हुंदा। ये पहला पढ़िया है अपन। जे यह एलीमेंट जे च आ गया तो प्लस आई करांगे जे बाय आई च आऊगा, तो पहली प्रॉपर्टी प्रूव होगी। हुण आपां ए आर ते आर ए लैके आउणगे। नाउ
ਹੁਣ a इंटू r किता, ये की आऊगा a दी वैल्यू भरती, r की वैल्यू भरती। मल्टीप्लिकेशन पता किवें करनी होंदी है जी, ये बनेगा J1 R1 प्लस i। जे ये एलीमेंट J च आ जाए, जिवें इत्थे कहना कि ये एलीमेंट J च आ गया तो प्लस आई करांगे तो J बाय आई च आऊगा, उवें ये एलीमेंट जे J च आ जाए प्लस आई करांगे J बाय आई च आ जाऊगा। हुण ये एलीमेंट J च लैके आवांगे, J च आऊगा जी, यह J च, यह R च, यह पक्का J बाय आई च आऊगा बिकॉज J1 R1 मल्टीप्लाई करांगे पक्का J च आऊगा। देखो समझ आया क्यों आऊगा, बिकॉज J आइडियल है, बिकॉज J इज आइडियल ऑफ R। आइडियल की होंदा होगा, J दे एलीमेंट्स जे R दे एलीमेंट्स नाल प्री या पोस्ट जो मर्जी मल्टीप्लाई कर लो, आंसर J विच ही आऊगा। सिमिलरली आपां कह सकते हैं फिर इदां जिहड़ा R A हैगा वो भी किहदे विच आऊगा, J बाय I च। ये सारा काम फिलहाल आपां कीता कि जो स्टेटमेंट दे विच टर्म दित्ती हुई है मीनिंगफुल आ, इस स्टेटमेंट का प्रूफ शुरू करना आपां ने, थ्योरम का मेन प्रूफ आपां शुरू करना। तो देयरफॉर की बन गया, सारी प्रॉपर्टी सैटिस्फाई हो गई। देयरफॉर आपां कह सकते हैं कि J बाय I इज आइडियल ऑफ R बाय I। देयरफॉर R बाय I बाय J बाय I जो ये क्वेश्चन रिंग होएगी, ये भी पक्का की होएगी, मीनिंगफुल। ये मीनिंगफुल क्यों होएगी, बिकॉज इनू एदा आइडियल शो करता, ये रिंग तो हैगी है, तो R बाय I जो है वो पक्का मीनिंगफुल होगा। हुण आपां ने मेन थ्योरम स्टार्ट करनी है जी, वो देखो ये हुण किवें करांगे। देखो आपने शो की करना, वो लिख लिया पहला, आपने शो करना है कि R बाय I बाय J बाय I इज आइसोमॉर्फिक टू R बाय J। ये याद रखना सौखा ही है, कह लो कि जिमें आप 1/2 जाए कह लो A/B बटा C/B करिए तो A/C आता होगा, उदी याद रख सकते हैं आप, आई कट जाएगा कि R/J लैके आना अपना, यही याद रखना तरीका ही है बस कला। ये आ गए तो देखो की शो करांगे, R बाय I तो R बाय J एक फंक्शन डिफाइन करांगे जेड़ा इदां जा रहा। फिर की करांगे, ये जो फंडामेंटल थ्योरम होमोमॉर्फिज्म यूज करनी है जी। फिर की करांगे, अपन F नू होमोमॉर्फिज्म शो करांगे ते ऑन टू शो करांगे, ते जो कर्नल है F दा उसनू J बाय I शो करांगे। फंडामेंटल थ्योरम लावांगे, फंडामेंटल थ्योरम की होगी, जे फंक्शन R तो S जा रहा तो R बाय K जेड़ा R बाय K है ये आइसोमॉर्फिक हुंदा S दे, यह फंडामेंटल थ्योरम ऑन होमोमॉर्फिज्म कहती है। बस ये चीज़ करनी है अपने, एक फंक्शन डिफाइन करना, फिर आप करांगे। सो लेट कर रहे हैं आप, लेट F अ फंक्शन फ्रॉम R बाय I टू R बाय J एंड फंक्शन इमेज कढ़नी पैनी है। देखो किवें, ये एलीमेंट किस फॉर्म के होंगे, ये x प्लस I की फॉर्म के होंगे, x कि R च, तो ये एलीमेंट की होंगे x प्लस J की फॉर्म के, तो x प्लस I इक्वल्स टू x प्लस J वेयर x बिलोंग्स टू R। उन्हें वैल डिफाइंड करना आप, तो लेट कर लिया x1 प्लस I इक्वल टू x2 प्लस I नहीं पहला करते आ रहे, इतों की बन गया x1
माइनस x2 प्लस आई इक्वल्स टू आई। देखी जाओ ध्यान उवी x2 के इनवर्स ने आप दोनों पासे ऐड करता जी। x प्लस आई जिहड़ा हुंदा वो आई बराबर तां हुंदा जे x आई विच आवे। कि ये जे विच आऊगा जी, आऊगा जी। क्यों? बिकॉज आई सबसैट ऑफ जे दिता है। उल्टा लिख सकते हैं आप इतों कि x1 माइनस x2 प्लस जे, जे बराबर होगा इतों ये दोनों आप लिख सकते हैं। x2 आप दोनों पासे ऐड कर लिया जी। ये की है? ये है f ऑफ x1 प्लस जे, ये f ऑफ x2 प्लस जे। देयरफॉर f की बन गया? f इज वैल डिफाइंड। ये वैल डिफाइंड हो गया। हुण पुट्ठे स्टैप जो बैकवर्ड स्टैप ने लोड़ नहीं हैगी क्योंकि आप 1-1 नहीं करना। वैल डिफाइंड हो गया। होमोमॉर्फिज्म करांगे, ऑन टू करांगे, कर्नल कटांगे, फिर अपना आंसर आ जाए। तो देखो पहला होमोमॉर्फिज्म कर रहे हैं, वो देख लो। होमोमॉर्फिज्म वास्ते दो मनांगे, लैट कर लो। x1 प्लस आई अते x2 प्लस आई, ये दो r बाय आई च ले ले, वेयर x1 x2 बिलोंग्स टू r। नाउ पहला f ऑफ a प्लस b करना, इन्हूं लिख सकते हैं आप f ऑफ x1 प्लस x2 आई। सौखा ही है। तो इन्हूं लिख लवांगे आप जी f x प्लस आई के बराबर आ, ये x प्लस जे बराबर आ, ये अपन गिवन। इन्हूं भी लिख सकते हैं आप इदा कला कला, बिकॉज जे की है? आइडियल है। ये की है? ये f x1 प्लस आई है, प्लस ए की है? f x2 प्लस आई। ये पहला पार्ट हो गया। हुण मल्टीप्लाई वास्ते करना अपने जी। नाउ f ऑफ x1 प्लस आई x2 प्लस आई, ये मल्टीप्लाई वास्ते किया जी। आई आइडियल है तो मल्टीप्लाई आप इदा कर सकते जिवें क्वेश्चन रिंग च करते होंगे। हुण एफ एक्स प्लस आई की किया है आप डिफाइन, ये हुंदा एक्स प्लस जे। जे भी आइडियल है तो इनू आप मल्टीप्लाई इदा लिख सकते हैं। ये की है? ये एफ एक्स वन प्लस आई है, ये एफ एक्स टू प्लस आई है। तो मल्टीप्लाई वास्ते भी कला कला कर सकते, तो एफ की बन गया? होमोमॉर्फिज्म। Therefore F is homomorphism। ऑन टू शो करना इस तो बाद। ऑन टू सौखा ही है जी। ऑन टू की करना आपने इत्थे आर बाय जे आ, ये आर बाय आई आ। ये जनरल एलीमेंट लवांगे आप, लैट करांगे एक्स प्लस जे बिलोंग्स टू आर बाय जे, क्योंकि ये जनरल एलीमेंट इस फॉर्म के होंगे, वेयर एक्स बिलोंग्स टू आर। नाउ एफ एक्स प्लस आई कितना होगा? एक्स प्लस जे डिफाइन किया है। यदि प्री इमेज सपोज की एक्स प्लस आई, सो ये प्री इमेज को किहदे च लैके आना आपने? ये सैट च लैके आना। ये प्री इमेज ये आऊगी जी। क्यों आएगी? बिकॉज एक्स जो है वो आर च मन्निया है, वेयर एक्स प्लस आई बिलोंग्स टू आर बाय आई एज एक्स बिलोंग्स टू आर। आल्सो पढ़ो यदि प्री इमेज आ गई, देयरफॉर एफ की बन गया? एफ इज ऑन टू। एफ नूं आपां ऑन टू करेंगे।
सो होमोमॉर्फिज्म हो गया, ऑन्टो हो गया। हुण आपां सिर्फ कर लिया कर्नल फाइंड करना, फिर अपना आंसर आ जाऊगा जी। देखो रिंग जो है वो आपाने फंक्शन जो है वो R/I तो R/J डिफाइन किया, तो ਇਹਦੇ ਉਹ एलीमेंट्स अंडर F जिन्हों की इमेज आइडेंटिटी J होगी। मतलब नाउ जो कर्नल F है R/I दे ਉਹ एलीमेंट्स समझो ध्यान सच दैट जिन्हों की इमेज की बनती हैगी आ आइडेंटिटी। उन्हें समझ के करना। हुण R/I च एलीमेंट लेना हैगा, वो सीधा पहले ही आप X+I मान ली। R/I दे वो एलीमेंट्स सच दैट जिन्हों की इमेज X+I की इमेज आइडेंटिटी बने, वो सारे एलीमेंट्स कर्नल F कहा। X+I बिलोंग्स टू R/I, ये डिफाइन किया होया है, ये की है X+J के बराबर है जी। हुण ये भी आपां किया होया है X+J, J दे विच तां होगा तो X की होगा पक्का J विच होगा। हुण ये देखना ध्यान नाल की बनूगा जी। ये मैं पूरा खोल के लिख रहा कि X+I, ध्यान दे मतलब की है कि वह X+I लैने आ सच दैट जिहड़ा XR विच है, चेक करो इत्थों आज लिख सकते हो, यही होंदा R/I च कितने एलीमेंट होंदे ने, X+I की फॉर्म के एलीमेंट होंदे ने, जिहड़ा XR विचों होंदा, एंड X किहदे विचों आ, J चों, दोनों विचों आ रहा, तो X किहदे विचों आ गया, ये कॉमन एलीमेंट होगा जी। XR विच भी आ रहा, J विच भी आ रहा, दोनों च ही आ गया। हुण देखो J ते R का इंटरसैक्शन की होगा, ये J होगा। क्यों? बिकॉज J आइडियल ऑफ R आ सबसैट होगा, जे सबसैट है तो इंटरसैक्शन जो है J बनेगी। हुण इहदा की मतलब X+I की फॉर्म के एलीमेंट ने, ध्यान दो X+I की फॉर्म के एलीमेंट ने XR विच है। इन्होंने की क्या सीगा कि ये की है, ये सारा R/I हो गया, क्योंकि X+I की फॉर्म के एलीमेंट जिहड़े XR विच आ रहा, ये सारे कोशेंट रिंग के विच होणगे। फिर ये जिथे J होए फिर आप कहांगे J/I बनूगा, बिकॉज ये कोशेंट रिंग जो है ये J/I के एलीमेंट्स हो गए। तो इत्थों की बन गया ये J/I। जे गल नहीं समझ आई तो गल होर देख लो। R/I की डिफाइन किया सी, इहदे विच इस फॉर्म के एलीमेंट होणगे X बिलोंग्स टू R। सब तो पहला आपां ने कोशेंट रिंग इदां डिफाइन करी सी स्टार्टिंग च, जे X बिलोंग्स टू J होवे फिर की होगा, तो J/I बन जाए, और J/I तो ये बन गया कर्नल। देयरफॉर स्टेटमेंट तुसी आप लिख लियो जी, मैं सीधा लिख रहा। देयरफॉर बाय फंडामेंटल थ्योरम ऑन होमोमॉर्फिज्म R/K, K की है R/K इज आइसोमॉर्फिक टू S। ये स्टेटमेंट लिख लियो नाल जी दी। सो ये प्रूफ सीगा जी। सो फिलहाल आप ये थ्योरमां करने सी ये होमोमॉर्फिज्म दे विचों। फिर नैक्सट लैक्चर विच आपां नैक्सट नवा टॉपिक शुरू करांगे जी। कोई प्रॉब्लम होई तां पुछ लियो जी। थैंक यू।